श्री नानक बाद पंकज बंदन बाद पंकज बंदन सिमरो अंगद दुख निकंदन अमरदास गुर हृदय ध्यामो हृदय ध्यामो श्री गुरु रामदास गुण गामो श्री अर्जन विघ्नन गे नाशक विघ्नन गे नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहुरी तेग बहादुर परम गिर बालाजी परम गिर बाला श्री गुरु गोबिंद सिंह विशाल तरों तरांवर पुन बुन सीसा जी पुन बुन सीसा बंदों बार बार जगदीश जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंज बेकार तिन संतन गौ बंधन सिर चरणन बरतार एकंकार सतगुरु तेह प्रसाद सच होए वाहिगुरु जी की फतेह विघ्न विनाशन सोए सतनाम श्री वाहिगुरु साहिब जीओ जीते देश बदेश बसाले कार्यो राज मैं बहु बल नाले 63 जुग बीते सरीता भोगत अणदरिपन कहो जीता जीते देश बदेश बसाले। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुग अटल शब्दा अवतार दसां बादशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे
ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਇਸ ਸਥਾਨ ਦੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ। ਕੱਲ੍ਹ ਆਪ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਵਾਲਸਰ ਸਾਹਿਬ ਨੂੰ ਭਾਗ ਲਾਉਣ ਵਾਸਤੇ ਜੋੜ ਮੇਲੇ ਦਾ ਬਹਾਨਾ ਬਣਾ ਕੇ ਸਾਹਿਬਜ਼ਾਦਿਆਂ, ਮਹਿਲਾਂ ਅਤੇ ਮਾਤਾ ਗੁਜਰੀ ਸਹਿਤ ਸਿੱਖ ਫੌਜੀਆਂ ਦੇ ਸਮੇਤ ਉੱਥੇ ਪਹੁੰਚੇ ਨੇ। ਪਾਣੀ ਖੁੱਲ੍ਹਾ ਹੋਣ ਕਰਕੇ ਸਰੋਵਰ 'ਚ ਡੇਲੀ ਇਸ਼ਨਾਨ ਦਾ ਆਨੰਦ ਲੈਂਦੇ ਨੇ। ਜੰਗਲ ਵੇਲਾ ਇਕਾਂਤ ਹੋਣ ਕਰਕੇ ਘੋੜੇ ਭਜਾਉਂਦੇ ਨੇ, ਸ਼ਿਕਾਰ ਖੇਡਦੇ ਨੇ, ਮੌਜ ਮਸਤੀ ਮਾਣਦੇ ਹਨ, ਪੂਰਾ ਆਨੰਦ ਮੰਗਲ ਕਰ ਰਹੇ ਨੇ, ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਪਹਾੜੀ ਰਾਜੇ ਮਹਾਰਾਜ ਨੂੰ ਨਮਸਕਾਰ ਕਰ ਕਰਕੇ ਗਏ ਨੇ। ਸਾਰਿਆਂ ਨੇ ਮਾਫੀਆਂ ਮੰਗੀਆਂ ਕਿ ਜੋ ਕੁਛ ਪਿੱਛੇ ਹੋਇਆ ਉਹਨੂੰ ਭੁੱਲ ਜਾਓ, ਅਸੀਂ ਵੀ ਆਪਦੇ ਸਿੱਖਾਂ ਦੀ ਤਰ੍ਹਾਂ ਹਾਂ, ਅੱਗੇ ਤੋਂ ਸਿੱਧੇ ਹੋ ਕੇ ਚੱਲਾਂਗੇ। ਮਹਾਰਾਜ ਕਹਿੰਦੇ ਭਾਈ ਜਿਸ ਤਰ੍ਹਾਂ ਚੱਲੋਗੇ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਫਲ ਮਿਲੇਗਾ। ਫਿਰ ਸਾਰੀਆਂ ਰਾਣੀਆਂ ਵੀ ਰਾਜਿਆਂ ਨੂੰ ਪੁੱਛ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈਆਂ। ਉਹਨਾਂ ਵੀ ਬੇਨਤੀਆਂ ਕਰਕੇ ਮਨ ਮੰਗੀਆਂ ਮੁਰਾਦਾਂ ਪਾਈਆਂ। ਇੱਕ ਚੰਬੇ ਵਾਲੇ ਰਾਜੇ ਦੀ ਅਣਵਿਆਹੀ ਲੜਕੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਪਦਮਾਵਤੀ ਆਉਂਦਾ ਹੈ, ਇਹਨੇ ਪਹਿਲਾਂ ਛੰਦਾਬੰਦੀ ਕਵਿਤਾ ਰਚ ਕੇ ਗੁਰੂ ਜੀ ਮਹਾਰਾਜ ਨੂੰ ਕੁਝ ਸਵਾਲ ਕੀਤੇ, ਜਿਹਦੇ ਵਿੱਚ ਇਸ ਨੇ ਪੁੱਛਿਆ ਸਾਰਾ ਪਾਉਣਾ ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ, ਕੁਝ ਖਾਧਾ ਕੁਝ ਲੈ ਕੇ ਸੌਣਾ, ਉੱਤਰ ਦੇਹੋ ਗੁਰੂ ਜੀ ਕੌਣਾ। ਅਤੇ ਉਹ ਦਾਸੀ ਦੇ ਹੱਥ ਜਦ ਇਹਨੇ ਚਿੱਠੀ ਭੇਜੀ ਗੁਰੂ ਜੀ ਦੇ ਕੋਲ ਆਈ ਤਾਂ ਮਹਾਰਾਜ ਨੇ ਚਿੱਠੀ ਪੜ੍ਹ ਕੇ ਉਸ ਤਰ੍ਹਾਂ ਹੀ ਛੰਦਾ ਮੱਧੀ ਉੱਤਰ ਦਿੱਤਾ। ਜਾਣੋ ਸਾਰਾ ਦੇਵ ਦੇਹ ਪਾਉਣਾ ਮਾਨਸ ਦੇਹ, ਦੁਬਦਾ ਦੂਜੀ ਦੂ ਕਰੀ ਗਵਣ ਨਰ ਨਾਰੀ ਲਗੂ ਵੇਖੇ, ਉਵੇ ਲੋਕ ਪਾਉਂਦਾ ਫਿਰੈ ਕੁਝ ਖਾਧਾ ਖਰਚ ਜੋ ਮਾਲ, ਪਰਲੇ ਭਾਈ ਸੋਣਾ ਹੁਆ ਉੱਤਰ ਤੁਮਰਾ ਬਾਲ। ਇਹ ਬੇਟੀ ਤੇਰੇ ਸਵਾਲਾਂ ਦੇ ਉੱਤਰ ਹੈ। ਸਾਰੇ ਦਾ ਮਤਲਬ ਜੋ ਦੇਵਤਾ ਦੀ ਹੈ ਸਾਰਾ ਪਾਉਣਾ ਹੈ, ਅਤੇ ਪੌਣੇ ਦਾ ਮਤਲਬ ਮਾਨਸ ਦੇ ਪਾਉਣੀ ਹੈ। ਗਾਉਣਾ ਦਾ ਮਤਲਬ ਦੁਬਦਾ ਦੇ ਵਿੱਚ ਇਹ ਜੀਵ ਗਮਨ ਕਰਦੇ ਨੇ, ਜੰਮਣ ਮਰਨ 'ਚ ਇਸਤਰੀਆਂ ਮਨੁੱਖੇ ਹੋ ਰਹੇ ਨੇ। ਭਾਉਣਾ ਦਾ ਮਤਲਬ ਦੋਨੇ ਲੋਕ ਜੰਮਦੇ ਮਰਦੇ ਭਾਉਂਦੇ ਫਿਰਦੇ ਨੇ, ਖਾ ਕੇ ਖਰਚ ਕੇ ਜੋ ਪ੍ਰਾਰਬਧ ਹੈ ਸਮਾਪਤ ਹੋ ਕੇ ਫਿਰ ਜੰਮਣ ਮਰਨ ਦੇ ਚੱਕਰ 'ਚ ਪੈ ਜਾਂਦੇ ਨੇ। ਸੌਣੇ ਦਾ ਮਤਲਬ ਜਦੋਂ ਪਰਲੈ ਹੋ ਜਾਂਦੀ ਸਾਰੇ ਸੌਂ ਜਾਂਦੇ ਨੇ ਸੁਸਰੀ ਵਾਂਗ। ਇਹ ਬੇਟੀ ਇਹ ਤੇਰੇ ਸਵਾਲਾਂ ਦਾ ਉੱਤਰ ਹੈ। ਇੰਝ ਮਹਾਰਾਜ ਨੇ ਪਦਮਾਵਤੀ ਨੂੰ ਨਿਹਾਲ ਕੀਤਾ। ਉਹਨੇ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਹਾਸਲ ਕੀਤੀ। ਕਹਿਣ ਲੱਗੀ ਜੀ ਮੇਰੇ ਪਿੱਠ 'ਤੇ ਥਾਪੜਾ ਦੇ ਕੇ ਮੈਨੂੰ ਬਖਸ਼ਿਸ਼ ਕਰੋ। ਗੁਰੂ ਜੀ ਦੇ ਵੈਸੇ ਚਰਨਾਂ 'ਤੇ ਮੱਥਾ ਰੱਖ ਕੇ ਸੰਗਤਾਂ ਭਾਗਾਂ ਵਾਲੀਆਂ ਬਣਦੀਆਂ। ਮਹਾਰਾਜ ਸਿਰ 'ਤੇ ਹੱਥ ਰੱਖਦੇ ਥਾਪੜਾ ਦਿਆ ਕਰਦੇ ਸਨ, ਪਰ ਗੁਰੂ ਸਾਹਿਬ ਨੇ ਉਸ ਲੜਕੀ ਨੂੰ ਕਮਾਨ ਦੇ ਗੋਸੇ ਨਾਲ ਥਾਪੜਾ ਦੇ ਕੇ ਬਖਸ਼ਿਸ਼ ਕੀਤੀ। ਉਹਦੇ ਹਿਰਦੇ ਦੇ ਵਿੱਚ ਉਹਦੇ ਸਰੀਰ ਦੇ ਵਿੱਚ ਨਾਮ ਦੀ ਚੁਣ ਚੁਣੀ ਛੜੀ ਔਰ ਉਹ ਮੰਤਰ ਮੁਗਧ ਹੋ ਗਈ। ਵਿਆਹ ਵੂ ਕਰਾਉਣਾ ਨੂੰ ਸਭ ਭੁੱਲ ਗਿਆ। ਸਾਰੀ ਜ਼ਿੰਦਗੀ ਨਾਮ ਦਾ ਆਨੰਦ ਲੈਂਦੀ ਰਹੀ। ਥੋੜ੍ਹੇ ਚਿਰ ਬਾਅਦ ਉਹ ਸਰੀਰ 'ਤੇ ਆ ਕੇ
ਗੁਰੂ ਜੀ ਦੇ ਚਰਨਾਂ ਸੱਚਖੰਡ ਦੇ ਵਿੱਚ ਜਾ ਬਿਰਾਜਮਾਨ ਹੋਏ। ਇਹ ਸਾਰੀਆਂ 100 ਸਾਖੀਆਂ ਦਾ ਉਲੱਥਾ ਹੈ। ਜਿਵੇਂ ਜਿਵੇਂ ਕਵੀ ਜੀ ਨੂੰ ਮਿਲਿਆ ਤਿਵੇਂ ਤਿਵੇਂ ਉਹਨਾਂ ਨੇ ਕੀਤਾ ਹੈ। ਫਿਰ ਇੱਕ ਵਾਰ ਮਾਲਵੀਹੀ ਪਰਬਤ ਦੇ ਉੱਪਰ ਮਹਾਰਾਜ ਉਹਦੀ ਚੋਟੀ ਦੇ ਸਿਰੇ 'ਤੇ ਚੜ੍ਹ ਗਏ। ਜਿਹੜੇ ਰਵਾਲਸਰ ਤੀਰਥ ਦੇ ਗੁਰੂ ਜੀ ਨਿਵਾਸ ਕਰ ਰਹੇ ਨੇ, ਉਹ ਰੇਵਾਲ ਰੇਵਾ ਨਾਮ ਦਾ, ਅਤੇ ਉਹ ਮਨੁੱਖਾ ਦੇਹ ਧਾਰ ਕੇ ਗੰਧਾਲਾ ਬਣ ਕੇ ਗੁਰੂ ਜੀ ਦੇ ਸਾਹਮਣੇ ਆਇਆ। ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਜੀ, ਮੈਂ ਰੀਵਾ ਹਾਂ। ਰੀਵਾ ਜਿਹੜੀ ਮੇਰੀ ਮਾਤਾ ਹੈ, ਉਹਨੇ ਮੈਨੂੰ ਆਖਿਆ ਸੀ ਪੁੱਤਰ, ਤਪ ਕਰਨ ਤੋਂ ਬਗੈਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਸ਼ਕਤੀਸ਼ਾਲੀ ਨਹੀਂ ਹੋਏ। ਤਪ ਕਰਨ ਦੇ ਨਾਲ ਹੀ ਸ਼ਕਤੀਆਂ ਆਉਂਦੀਆਂ, ਤੂੰ ਤਪ ਕਰ। ਤਾਂ ਫਿਰ ਮਹਾਰਾਜ ਮੈਂ ਉਦੋਂ ਤਪ ਕੀਤਾ ਅਤੇ ਤਪ ਕਰਕੇ ਮੈਂ ਪ੍ਰਵਾਨ ਹੋਇਆ। ਮੈਨੂੰ ਬ੍ਰਹਮਾ ਜੀ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਮੈਨੂੰ ਵਰ ਦਿੱਤਾ ਕਿ ਮੈਂ ਰਾਜ ਭਾਗ ਦਾ ਮਾਲਕ ਬਣਾ। ਜਿਹੜਾ ਮੰਡੀ ਸ਼ਹਿਰ ਹੈ, ਮੈਂ ਮੰਡੀ ਦਾ ਰਾਜਾ ਬਣਿਆ ਅਤੇ ਕਾਫੀ ਚਿਰ ਮੇਰਾ ਉੱਥੇ ਰਾਜ ਭਾਗ ਚੱਲਿਆ। ਸਾਜੋ ਸਮਾਨ ਵਧੀਆ, ਅਤੇ ਜਿੱਥੇ ਤੁਸੀਂ ਆ ਕੇ ਬਿਰਾਜੇ ਹੋਏ ਹੋ, ਇਹ ਮੇਰਾ ਤਪ ਸਥਾਨ ਹੈ। ਰੇਵਾ ਤੋਂ ਰੇਵਾਲ ਸਰ ਬਣਿਆ। ਉੱਥੇ ਹੀ ਤਪ ਦੇ ਬਲ ਕਰਕੇ ਪਾਣੀ ਦੇ ਉੱਪਰ ਪੱਥਰ ਇੰਝ ਤਰਦੇ ਨੇ ਜਿਵੇਂ ਪੱਤੇ ਤਰਦੇ ਹੋਣ। ਇਹ ਬਿਰਤਾਂਤ ਕੱਲ੍ਹ ਆਪ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਦੇ ਨਾਲ ਬਹੁਤੇ ਸਿੰਘ ਨਹੀਂ ਸਨ, ਕੇਵਲ 5 ਕੁ ਸਿੰਘ, ਪਿਆਰੇ ਦਿਆ ਸਿੰਘ, ਸਾਹਿਬ ਸਿੰਘ, ਭਾਈ ਆਲਮ ਸਿੰਘ ਆਦਿਕ ਬ੍ਰਹਮ ਗਿਆਨੀ ਸਨ। ਜਦੋਂ ਇਹ ਵਾਰਤਾਲਾਪ ਮਹਾਰਾਜ ਦੇ ਨਾਲ ਹੋਈ ਹੈ, ਇਹ ਅਗੰਮੀ ਵਾਰਤਾਲਾਪ ਸੀਗੀ। ਇਸ ਤੋਂ ਅਗਲਾ ਪ੍ਰਸੰਗ ਬੜੇ ਪਿਆਰ ਸਤਿਕਾਰ ਨਾਲ ਸੁਣੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਸ਼ ਜੀਤੇ ਦੇਸ਼ ਵਿਦੇਸ਼ ਬਸਾਲੇ। ਮੈਂ ਦੇਸ਼ ਵਿਦੇਸ਼ ਬਹੁਤੇ ਜ਼ਿਆਦੇ ਜਿੱਤੇ। ਕਾਰਿਓ ਰਾਜ ਮੈਂ ਬਹੁ ਬਲ ਨਾਲੇ। ਹਰ ਇਸ ਰੀਤੀ ਦੇ ਨਾਲ ਮੈਂ ਬਹੁਤ ਭਾਰੀ ਰਾਜ ਭਾਗ ਕੀਤਾ। 63 ਜੋਗਾਂ ਬੀਤੇ ਸਰੀਤਾ। ਦੇਖੋ 4 ਯੁੱਗਾਂ ਦੀ ਇੱਕ ਚੌਂਕੜੀ ਹੁੰਦੀ ਹੈ ਅਤੇ 63 ਯੁੱਗ, ਕਿੰਨਾ ਟਾਈਮ ਲੰਘ ਗਿਆ। ਇਸ ਰੀਤੀ ਦੇ ਨਾਲ 63 ਯੁੱਗ ਬੀਤੇ ਹਨ। ਭੋਗ ਤੇ ਆਨੰਦਾ ਰਿਪਨ ਕਹੋ ਜੀਤਾ। ਮੰਡੀ ਦਾ ਰਾਜਾ ਬਣ ਕੇ ਅਤੇ ਮੈਂ ਬਹੁਤ ਭਾਰੀ ਰਾਜ ਦਾ ਆਨੰਦ ਭੋਗਿਆ। ਵੈਰੀਆਂ ਨੂੰ ਜਿੱਤ ਕੇ ਅਧੀਨ ਕੀਤਾ। ਤਬ ਜਛਨ ਸੋ ਰਣ ਮਮ ਪਰਿਓ। ਫਿਰ ਜੱਛਾਂ ਦੇ ਨਾਲ ਮੇਰਾ ਯੁੱਧ ਹੋਇਆ। ਅਤੇ ਹਜ਼ਾਰੋ ਸਨਮੁਖ ਲਰਿਓ। ਸਾਹਮਣੇ ਲੜ ਕੇ ਮੈਂ ਹਜ਼ਾਰਾਂ ਹੀ ਜੱਛਾਂ ਨੂੰ ਮਾਰਿਆ। ਬਾਜਿਓ ਲੋ ਸੋ ਲੋਹ ਕਰਾਰਾ। ਕਰਾਰਾ ਲੋਹੇ ਦੇ ਨਾਲ ਲੋਹਾ ਖੜਕਿਆ। ਮਾਚਿਓ ਮਹਾ ਸੰਗਰਾਮ ਅਖਾਰਾ। ਮਹਾਨ ਸੰਗਰਾਮ ਦਾ ਅਖਾੜਾ ਮਚਿਆ। ਜਛਨ ਲਛਨ ਕਾਲਿਓ ਹੇਲਾ। ਲੱਖਾਂ ਹੀ ਜੱਛਾਂ ਨੇ ਵੱਡਾ ਹਮਲਾ ਕੀਤਾ। ਕਰਿਓ ਤਕੇਲਾ ਨਰੇਲ ਸੁਪੇਲਾ। ਅਤੇ ਧੱਕੇ ਮਾਰ ਕੇ ਸਭ ਕੁਝ ਉਲਟ ਪੁਲਟ ਕਰ ਦਿੱਤਾ। ਬਹੁਤਨ ਮਿਲ ਮੁਝ ਕੋ ਬਦ ਕੀਨੋ। ਬਹੁਤਿਆਂ ਨੇ ਮਿਲ ਕੇ ਮੈਨੂੰ ਮਾਰਿਆ। ਰਾਜ ਸਕਲ ਮੇਰੋ ਤਬ ਛੀਨੋ। ਤਾਂ ਮੇਰਾ ਸਾਰਾ ਹੀ ਰਾਜ ਜੱਛਾਂ ਨੇ ਖੋਹ ਲਿਆ। ਜਹ ਪੂਰਬ ਮੈਂ ਤਪ ਬਹੁ ਤਾਪਾ। ਜਿੱਥੇ ਪਿਛਲੇ ਜਨਮ ਦੇ ਵਿੱਚ
ਮੈਂ ਬਹੁਤ ਭਾਰੀ ਤਪ ਕੀਤਾ ਸੀ। ਇਕ ਬਰਤੇ ਤੀਰਥ ਇਹੋ ਥਾਪਾ, ਬ੍ਰਹਮਾ ਦੇ ਵਰ ਨਾਲ ਇਸ ਨੂੰ ਤੀਰਥ ਸਥਾਪਿਤ ਕੀਤਾ ਹੈ। ਲਗ ਗਿਰਵਾਰਾ ਤਰ ਦਲ ਸਮ ਸੰਸਾਰਾ, ਛੋਟੇ ਪਹਾੜ ਭਾਵ ਛੋਟੇ ਛੋਟੇ ਪੱਥਰ ਦਰਖਤਾਂ ਦੇ ਪੱਤੀਆਂ ਵਾਂਗ, ਤਰਤ ਫਿਰਤ ਹੇਰਤ ਸਭ ਜਲ ਪਾਰਾ, ਜਲ ਉਤੇ ਤਰਦੇ ਫਿਰਦੇ ਦਿਖਾਈ ਦਿੰਦੇ ਹਨ। ਨਿਹ ਕਲੰਕ ਅਵਤਾਰ ਨ ਜਾਵਤ, ਜਦ ਤੱਕ ਨਿਹ ਕਲੰਕ ਅਵਤਾਰ ਪੈਦਾ ਨਹੀਂ ਹੁੰਦਾ, ਵਾਸ ਕਰੋ ਮੈਂ ਇਸ ਥਲ ਤਾਵਤ, ਤਦ ਤੱਕ ਮੈਂ ਇਸ ਸਥਾਨ ਦੇ ਵਾਸਾ ਕਰਾਂਗਾ। ਕਰੁਣਾ ਕਰ ਅਬ ਤੁਮ ਚਲ ਆਏ, ਕਿਰਪਾ ਧਾਰ ਕੇ ਹੁਣ ਤੁਸੀਂ ਚੱਲ ਕੇ ਇੱਥੇ ਮੇਰੇ ਤਪ ਸਥਾਨ ਦੇ ਪਹੁੰਚੇ ਹੋ ਜੀ। ਆਪਨੋ ਦਰਸ਼ਨ ਰੁਚਰ ਦਿਖਾਏ, ਆਪਣੇ ਸੁੰਦਰ ਦਰਸ਼ਨ ਆਪਨੇ ਦਿਖਾਏ ਹਨ। ਨਰ ਅਵਤਾਰ ਆਪ ਤੁਮ ਆਹੋ, ਆਪ ਹੋ ਈਸ਼ਰ ਦਾ ਅਵਤਾਰ ਪਰ ਮਨੁੱਖ ਬਣ ਕੇ ਆਏ ਹੋ। ਸਗਲ ਸਗਤ ਤਰ ਰਿਪ ਗਨ ਦਾਹੋ, ਸਾਰੀ ਸ਼ਕਤੀ ਧਾਰ ਕੇ ਬਹੁਤ ਵੈਰੀਆਂ ਨੂੰ ਮਾਰੋਗੇ। ਮੈਂ ਅਬ ਪਰਿਓ ਆਪ ਕੀ ਸਰਣੀ, ਮੈਂ ਹੁਣ ਆਪ ਦੀ ਸ਼ਰਨ ਵਿੱਚ ਆਇਆ ਹਾਂ ਜੀ। ਚਾਹੋ ਨਿਕਲ ਬਿਪਤਾ ਨਿਜ ਹਰਨੀ, ਪਰ ਮੈਂ ਆਪਣੀ ਸਾਰੀ ਬਿਪਤਾ ਨੂੰ ਦੂਰ ਕਰਨੀ ਚਾਹੁੰਦਾ ਹਾਂ। ਕਿਰਪਾ ਕਰੋ ਪ੍ਰਭ ਬਨੋ ਸਹਾਈ, ਹੇ ਪ੍ਰਭੂ ਜੀ ਕਿਰਪਾ ਕਰਕੇ ਮੇਰੇ ਸਹਾਇਕ ਬਣੋ। ਦਾਸ ਜਾਨ ਕਰ ਲਿਓ ਬਚਾਈ, ਹਰ ਦਾਸ ਜਾਣ ਕੇ ਮੈਨੂੰ ਬਚਾ ਲਵੋ ਜੀ। ਜਿਤਕ ਸੁਰਾਸੁਰ ਜਗ ਸਮਦਾਏ, ਜਿੰਨੇ ਵੀ ਦੇਵਤੇ ਹਰਦੈਂਤ ਜਗਤ ਦੇ ਵਿੱਚ ਹਨ, ਤੁਮ ਨਿਜ ਆਗੇ ਅਬਿਖਾ ਚਲਾਏ, ਉਹ ਤੁਸੀਂ ਆਪਣੀ ਆਗਿਆ ਦੇ ਨਾਲ ਚਲਾਏ ਹਨ। ਜੋ ਨੈ ਮਾਨੈ ਸੋ ਤੁਮ ਮਾਰਾ, ਜਿਹੜਾ ਤੁਹਾਡੀ ਆਗਿਆ ਨਹੀਂ ਮੰਨਦਾ ਉਹਨੂੰ ਤੁਸੀਂ ਮਾਰ ਦਿੰਦੇ ਹੋ। ਸਭ ਪਰ ਹੁਕਮ ਆਪ ਕੋ ਪਹਾਰਾ, ਸਭਨਾਂ ਦੇ ਉੱਪਰ ਆਪ ਜੀ ਦਾ ਭਾਰੀ ਹੁਕਮ ਚੱਲਦਾ ਹੈ। ਜਸ਼ਨ ਕੋ ਬਲ ਤੇ ਸਮਝਾਵੋ, ਇਹ ਮਹਾਰਾਜ ਜੱਚਾ ਨੂੰ ਬਲ ਕਰਕੇ ਆਪ ਸਮਝਾਵੋ। ਵਾਦਿਓ ਬੈਰਾ ਬੈਸਾਲ ਮਟਾਵੋ, ਜਿਹੜਾ ਵਿਸ਼ਾਲ ਵੈਰ ਵਧਿਆ ਹੈ ਉਸ ਨੂੰ ਮੇਟ ਦੇਵੋ ਜੀ। ਮਰਵਾਲ ਕੀ ਬਿਨਤੀ ਸੁਣ ਕੈ, ਇਸ ਤਰ੍ਹਾਂ ਰੁਆਲ ਦੀ ਬੇਨਤੀ ਸੁਣ ਕਰਕੇ ਸ਼ਰਨ ਪਰਿਓ ਆਪਣੀ ਮਨ ਗੁਣ ਕੈ, ਅਤੇ ਆਪਣੀ ਸ਼ਰਨ ਵਿੱਚ ਆਇਆ ਜਾਣ ਕੇ ਸ੍ਰੀ ਕਲਗੀਧਰ ਮਹਾਰਾਜ ਨੇ ਸੋ ਆਪਣੇ ਧਨਕ ਨੂੰ ਸੰਭਾਲਿਆ। ਸ੍ਰੀ ਕਲੰਗੀ ਤਾਰਾ ਤਨੁਖ ਸੰਭਾਰਾ, ਮਹਾਰਾਜ ਨੇ 9 ਟੰਕਾ ਧਨੁਖ ਜਿਸ ਦੀ ਤੰਦੀ ਖਿੱਚਣ ਵਾਸਤੇ 250 kg ਚੁੱਕਣ ਦਾ ਬਲ ਚਾਹੀਦਾ ਹੈ। ਇੱਕ ਬਾਂਹ ਦੇ ਨਾਲ ਜਿਵੇਂ ਵੇਟ ਲਿਫਟਿੰਗ ਵਾਲੇ ਬਾਲਾ ਕੱਢਦੇ ਨੇ, ਇੱਕ ਬਾਂਹ ਦੇ ਨਾਲ 250 kg ਚੁੱਕਣ ਦਾ ਬਲ ਜੇ ਬਾਂਹ ਦੇ ਵਿੱਚ ਹੋਵੇ ਤਾਂ ਮਹਾਰਾਜ ਦੇ ਧਨੁਖ ਦੀ ਤੰਦੀ ਖਿੱਚੀ ਜਾ ਸਕਦੀ ਹੈ। ਇੰਨਾ ਜ਼ੋਰ ਸੀ ਗੁਰੂ ਮਹਾਰਾਜ ਦੀ ਬਾਂਹ ਦੇ ਵਿੱਚ, ਉਹ ਮਹਾਰਾਜ ਨੇ ਧਨੁਖ ਨੂੰ ਸੰਭਾਲਿਆ ਹੈ। ਤਾਨਿਓ ਪਾਨ ਤਾਨ ਤੇ ਭਾਰਾ, ਹਰ ਵੱਡੀ ਸ਼ਕਤੀ ਨਾਲ ਉਸ ਨੂੰ ਤਾਣ ਕੇ ਖਿੱਚਿਆ ਹੈ। ਕਹੀ ਜੇ ਜਬ ਕਾਨ ਲਗਾਈ, ਜਦ ਜ਼ੋਰ ਦੇ ਨਾਲ ਖਿੱਚ ਕਰਕੇ ਕੰਨ ਦੇ ਨਾਲ ਤੰਦੀ ਨੂੰ ਲਾਇਆ ਹੈ। ਚਾਂਪ ਨਾਦ ਬੜ ਪਇਓ ਤਦਾਈ, ਤਦ ਧਨਕ ਦੇ ਵਿੱਚੋਂ ਬਹੁਤ ਉੱਚੀ ਤੇ ਬਰੀਕ ਆਵਾਜ਼ ਪੈਦਾ ਹੋਈ। ਤਿਨ ਕੇ ਗਨ ਪਰਬਤ ਅਰੜਾਏ, ਜਿਸ ਵਕਤ ਕਿਸੇ ਖੂਹ ਦੇ ਵਿੱਚ ਆਵਾਜ਼ ਦਿਓ ਤੁਹਾਨੂੰ ਡਬਲ ਆਵਾਜ਼ ਸੁਣਾਈ ਦੇਵੇਗੀ। ਆ ਜਿਹੜੇ ਗੁਰਦੁਆਰਿਆਂ ਦੇ ਗੁੰਮਟ ਬਣਾਈ ਜਾਂਦੇ ਨੇ, ਗੁੰਮਟਾਂ ਦਾ ਵੀ ਇੱਕ ਲੌਜਿਕ ਹੈ ਜਿਹਨੂੰ ਕਹਿੰਦੇ ਨੇ ਮੈਡੀਟੇਸ਼ਨ, ਅਭਿਆਸ।
ਆਤਮਕ ਅਭਿਆਸ। ਜਦ ਸਾਧੂ ਰਿਖੀ ਮੁਨੀ ਪੁਰਾਣੇ ਤਪੱਸਿਆ ਕਰਦੇ, ਉਹ ਚੌਂਕੜਾ ਮਾਰ ਕੇ ਪਦਮ ਆਸਨ ਲਾ ਕੇ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਉਚਾਰਦੇ ਓ ਉਹ ਡਬਲ ਆਵਾਜ਼ ਗੁੰਮਟ ਦੇ ਨਾਲ ਸਪੇਸ ਨਾਲ ਟਕਰਾ ਕੇ ਉਹਨਾਂ ਦੇ ਕੰਨਾਂ ਦੇ ਵਿੱਚ ਵੱਜਦੀ। ਜਿੰਨਾ ਚਿਰ ਆਪਣੀ ਆਵਾਜ਼ ਖੁਦ ਆਪ ਨੂੰ ਨਾ ਸੁਣੇ ਉਹਨਾਂ ਚਿਰ ਮਨ ਇਕਾਗਰ ਨਹੀਂ ਜੀ ਹੁੰਦਾ। ਰਿਕਾਰਡਿੰਗ ਵਾਲੇ ਵੀ ਉਹ ਖੋਪੇ ਜਿਹੇ ਲਾ ਦਿੰਦੇ ਨੇ ਵੀ ਜੋ ਤੁਸੀਂ ਬੋਲ ਰਹੇ ਹੋ ਉਹ ਤੁਸੀਂ ਖੁਦ ਆਪ ਸੁਣੋ। ਗੁੰਮਟਾਂ ਦਾ ਮਤਲਬ ਇਹ ਹੁੰਦਾ ਸੀਗਾ ਵੀ ਸਪੇਸ ਦੇ ਨਾਲ ਉੱਪਰੋਂ ਆਵਾਜ਼ ਡਬਲ ਹੋ ਕੇ ਕੰਨਾਂ ਦੇ ਵਿੱਚ ਪਏ। ਸੋ ਜਿਹੜੇ ਵੀ ਮੈਡੀਟੇਸ਼ਨ ਵਾਲੇ ਸਥਾਨ, ਕੋਈ ਧਾਰਮਿਕ ਸਥਾਨ, ਉਹਨਾਂ ਦੇ ਗੁੰਮਟਾਂ ਦਾ ਇਹ ਲੌਜਿਕ ਹੈ। ਜਿਹੜਾ ਖੂਹ ਹੈ, ਖੂਹ ਉਹਦੀ ਵੀ ਡਬਲ ਆਵਾਜ਼ ਕੰਨਾਂ 'ਚ ਪੈਂਦੀ। ਜਿਹੜਾ ਸਪੇਸ ਹੈ, ਪਹਾੜੀ ਇਲਾਕਾ ਹੈ, ਅਤੇ ਪਹਾੜਾਂ ਦੇ ਨਾਲ ਵੀ ਆਵਾਜ਼ ਟਕਰਾ ਕੇ ਉਸੇ ਤਰ੍ਹਾਂ ਵਾਪਸ ਆਉਂਦੀ ਹੈ। ਕਿਉਂ? ਜਿੱਥੇ ਇਕਾਂਤ ਹੋਵੇ, ਵਾਤਾਵਰਨ ਸ਼ੁੱਧ ਹੋਵੇ, ਉੱਥੇ ਅਭਿਆਸ ਕਰਨ ਦੀ ਆਗਿਆ ਹੈ। ਜਿੰਨੇ ਸੰਤ ਨੇ, ਮਹਾਂਪੁਰਖ ਨੇ, ਉਹ ਇਕਾਂਤ ਨੂੰ ਪਸੰਦ ਕਰਦੇ ਨੇ। ਕਾਰਨ ਇਹੀ ਹੈ ਕਿ ਉੱਥੇ ਜਿਹੜਾ ਬਾਹਰੀ ਰੌਲਾ ਹੈ ਉਹ ਕੰਨਾਂ ਦੇ ਵਿੱਚ ਨਹੀਂ ਪੈਂਦਾ, ਡਿਸਟਰਬੈਂਸ ਨਹੀਂ ਹੁੰਦੀ। ਤੋ ਇੱਕੋ ਆਪ ਦੀ ਆਵਾਜ਼ ਹੀ ਜੋ ਕੁਛ ਬੋਲਣਾ ਹੈ, ਵਾਹਿਗੁਰੂ, ਰਾਮ ਜਾਂ ਓਮ, ਉਹੀ ਕੰਨਾਂ ਵਿੱਚ ਪੈਣੀ ਹੈ। ਅਤੇ ਇਸ ਲਈ ਗੁਰਬਾਣੀ ਵਿੱਚ ਵੀ ਲਿਖਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਨਾਲ ਦੀ ਕੋਈ ਇਕਾਂਤ ਕਿਤੇ ਵੀ ਨਹੀਂ ਤੁਸੀਂ ਲੱਭ ਸਕਦੇ। ਪਿੰਨੀ ਰੈਣੜੀ ਹੈ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਇਹ ਜੇ ਆਨੰਦ ਅੱਖੀਂ ਵੇਖਣਾ ਹੋਵੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਜਿਹੜਾ 3 ਪਹਿਰੇ ਦਾ ਕੀਰਤਨ ਹੁੰਦਾ ਸੀ, ਉਦੋਂ ਸਪੀਕਰ ਨਹੀਂ ਸੀ ਲਾਉਂਦੇ। ਸਪੀਕਰ ਆਸਾ ਦੀ ਵਾਰ ਆਰੰਭ 3:30 ਜਾਂ 4 ਵਜੇ ਲੱਗਦਾ ਹੁੰਦਾ ਸੀ, ਅਤੇ ਹੁਣ 3 ਪਹਿਰੇ ਦੀ ਚੌਂਕੀ ਤੋਂ ਹੀ ਕੀਰਤਨ ਸ਼ੁਰੂ ਹੋ ਜਾਂਦਾ, ਯਾਨੀ ਸਪੀਕਰ ਪ੍ਰਾਰੰਭ ਹੋ ਜਾਂਦਾ। ਉਹ ਜਿਹੜੀ 3 ਪਹਿਰੇ ਦੇ ਕੀਰਤਨ ਦੀ ਆਵਾਜ਼ ਹੈ, ਸਰੋਵਰ ਪਾਣੀ ਦੀਆਂ ਤਰੰਗਾਂ ਦੇ ਨਾਲ ਟਕਰਾ ਕੇ ਜਦ ਕੰਨੀ ਪੈਂਦੀ, ਉਹਦਾ ਆਨੰਦ ਕੁਛ ਵੱਖਰਾ ਹੀ ਹੁੰਦਾ ਹੈ। ਇੱਕ ਜਲ ਤਰੰਗ ਸਾਜ਼, ਉਹ ਕੌਲੀਆਂ ਦੇ ਵਿੱਚ ਪਾਣੀ ਜਿਹਾ ਭਰਦੇ ਨੇ ਅਤੇ ਚਮਚੇ ਜਿਹੇ ਲੈ ਕੇ ਉਹਨਾਂ ਨੂੰ ਖੜਕਾਉਂਦੇ ਨੇ ਅਤੇ ਪਾਣੀ ਘੱਟ ਵੱਧ ਕਰਕੇ ਉਹਨੂੰ ਸੁਰ 'ਚ ਕਰਦੇ ਨੇ। ਉਹ ਵੀ ਇੱਕ ਕਿਸਮ ਦਾ ਸਾਜ਼ ਹੈ। ਮਤਲਬ ਪਾਣੀ ਦੀ ਵੀ ਬੜੀ ਵਿਸ਼ੇਸ਼ਤਾ ਹੈ, ਸਰੋਵਰਾਂ ਦੀ, ਪਹਾੜਾਂ ਦੀ, ਖੂਹਾਂ ਦੀ, ਗੁੰਮਟਾਂ ਦੀ, ਇਕਾਂਤ ਜਗ੍ਹਾ ਦੀ ਸਿਮਰਨ ਦੇ ਵਿੱਚ ਬਹੁਤ ਭਾਰੀ ਵਿਸ਼ੇਸ਼ਤਾ ਹੈ। ਮੈਂ ਆਵਾਜ਼ ਗੂੰਜਣ ਦੇ ਪ੍ਰਸੰਗ ਦੇ ਉੱਪਰ ਬੋਲ ਰਿਹਾ ਸੀ ਕਿ ਸਤਿਗੁਰੂ ਜੀ ਨੇ ਧਨੁਖ ਦੀ ਤੰਦੀ ਨੂੰ ਟੰਕਾਰਿਆ। ਉਹਦੀ ਬੜੀ ਸੁੰਦਰ ਅਤੇ ਬਰੀਕ ਆਵਾਜ਼ ਪਹਾੜਾਂ ਦੇ ਨਾਲ ਟਕਰਾ ਕੇ ਅਤੇ ਬਹੁਤ ਜ਼ਿਆਦਾ ਫੈਲੀ ਹੈ। ਭਈ ਹਲਾ ਚਲ ਸਭ ਦੇ ਉਠਾਏ, ਜਿਸ ਵਕਤ ਆਵਾਜ਼ ਆਈ ਇੱਕਦਮ ਹਲਚਲ ਹੋਈ ਹੈ। ਤਬ ਤੇ ਤਬ ਆਵਾਜ਼ ਮਿਆਈ, ਸਭ ਪਰਬਤਾਂ ਦੇ ਵਿੱਚੋਂ ਫਿਰ ਇਸ ਪ੍ਰਕਾਰ ਆਵਾਜ਼ ਆਈ, ਰਾਖ ਲਿਓ ਹਮ ਤੁਮ ਸਰਣਾਈ। ਕਿਉਂਕਿ ਮਹਾਰਾਜ ਦਾ ਜਿਹੜਾ ਤਨੁਖ ਹੈ ਇਹ ਵੀਰ ਰਸ ਦਾ ਪ੍ਰਤੀਕ ਹੈ, ਜੰਗ ਯੁੱਧ ਦਾ ਪ੍ਰਤੀਕ ਹੈ। ਇਸ ਲਈ ਉਹਨਾਂ ਬੇਨਤੀ ਕੀਤੀ ਪਰਬਤਾਂ ਨੇ ਕਿ ਹੇ ਪ੍ਰਭੂ ਰੱਖ ਲਵੋ, ਰੱਖ ਲਵੋ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਇਤਨ ਬਿਖਾਏ ਪੁਰਖ ਇੱਕ ਆਇਓ, ਇਹਨਾਂ ਵਿੱਚ ਇੱਕ ਪੁਰਖ ਆਇਆ ਹੈ। ਸਤਿਗੁਰ ਕੇ ਸਨਮੁਖ ਦ੍ਰਿਸ਼ਟਾਇਓ, ਉਹ ਸਤਿਗੁਰੂ ਮਹਾਰਾਜ ਦੇ ਸਾਹਮਣੇ ਉਹਨੇ ਦਿਖਾਈ ਦਿੱਤੀ। ਤਨ ਮੈਂ ਰੋਮ ਜਟਾ ਸਮਸ ਜਾਹੀ, ਉਹਦੇ ਸਰੀਰ ਦੇ ਵਾਲ ਜੜਾਵਾਂ ਦੇ ਵਾਂਗ ਸਨ। ਮਿਰਗ ਕੋ ਚਰਮ ਓਡ ਕਰ ਤਾਹੀ, ਪਰ ਉਹਨੇ ਮਿਰਗ
ਮੇਘਸ਼ਾਲਾ ਪਹਿਨੀ ਹੋਈ ਸੀ। ਲਾਲ ਬਿਲੋਚਨ ਅੰਗ ਵਡੇਰੇ, ਉਸ ਦੀਆਂ ਲਾਲ ਸੁਰਖ ਅੱਖਾਂ ਸਨ ਤੇ ਸਰੀਰ ਦੇ ਅੰਗ ਬਹੁਤ ਵੱਡੇ ਵੱਡੇ ਸਨ। ਮੁਖ ਪਰ ਸ਼ਮਸ ਆਏ ਤੇ ਸਵੇਰੇ, ਹਰ ਉਸ ਸਮੇਂ ਉਹਦੇ ਮੁਖ ਦੇ ਉੱਪਰ ਦਾੜੀ ਆਈ ਹੋਈ ਸੀ। ਸਮੁਖ ਕਰੋ ਹੋਏ ਬੰਧਨ ਠਾਨੇ, ਸਾਹਮਣੇ ਖੜੇ ਹੋ ਕੇ ਉਹਨੇ ਬੰਦਨਾ ਕੀਤੀ। ਹਾਥ ਜੋਰਾ ਬੋਲਿਓ ਇਮ ਬਾਨੀ, ਇਸ ਤਰ੍ਹਾਂ ਹੱਥ ਜੋੜ ਕੇ ਉਹ ਬੇਨਤੀ ਕਰਨ ਲਈ ਬੋਲਿਆ, ਪ੍ਰਭ ਜੀ ਅਬ ਨਹ ਸਮਾ ਤੁਮਾਰਾ। ਇਹ ਪ੍ਰਭੂ ਜੀ ਇਹ ਵਿਚਾਰ ਲਵੋ ਕਿ ਤੁਹਾਡਾ ਇੱਧਰ ਆਉਣ ਦਾ ਅਜੇ ਸਮਾਂ ਨਹੀਂ ਹੈ। ਇਤ ਆਵਨ ਕੋ ਲਿਹੋ ਵਿਚਾਰਾ, ਇੱਧਰਲੇ ਪਾਸੇ ਆਉਣ ਦਾ ਅਜੇ ਤੁਹਾਡਾ ਸਮਾਂ ਨਹੀਂ ਆਇਆ ਹੈ ਜੀ। ਅਬ ਤੁਮ ਗਮਨੋ ਆਪਨ ਡੇਰੇ, ਹੁਣ ਤੁਸੀਂ ਆਪਣੇ ਡੇਰੇ ਵਾਪਸ ਚਲੇ ਜਾਵੋ। ਚਿਰੰਕਾਲ ਪੁਨ ਕਰੀਐ ਫੇਰੇ, ਫਿਰ ਕਾਫੀ ਦੇਰ ਬਾਅਦ ਇੱਧਰ ਫੇਰਾ ਪਾਵੋ। ਜਬ ਫੈਲੈ ਗੋ ਪੰਥ ਵਿਸਾਲਾ, ਜਦ ਤੁਹਾਡਾ ਪੰਥ ਬਹੁਤ ਫੈਲ ਜਾਵੇਗਾ। ਰਚਿਓ ਖਾਲਸਾ ਜੋ ਸੁਭ ਚਾਲਾ, ਜਿਹੜਾ ਤੁਸੀਂ ਸ਼ੁਭ ਚਾਲ ਵਾਲਾ ਖਾਲਸਾ ਰਚਿਆ, ਉੱਚੀ ਸੁੱਚੀ ਮਰਿਆਦਾ ਵਾਲਾ, ਤਬ ਤੁਮ ਜਸ਼ਨ ਕੇ ਹੋਏ ਨੇਰੇ, ਤਦ ਤੁਸੀਂ ਜੱਚਾਂ ਦੇ ਨੇੜੇ ਹੋ ਕੇ ਕਰਨੇ ਭਲਿਆਨ ਕਰ ਡੇਰੇ, ਭਲੀ ਪ੍ਰਕਾਰ ਆ ਕੇ ਇੱਥੇ ਡੇਰੇ ਕਰ ਲੈਣੇ। ਮੇਰੋ ਸਰਦ ਧਾਰ ਜਸ ਨਾਮੋ, ਮੈਂ ਸਾਰੇ ਜੱਚਾਂ ਦਾ ਜਥੇਦਾਰ ਹਾਂ ਅਤੇ ਸੋ ਸਰਦਧਾਰ ਮੈਂ ਸਰਦਾਰ ਹਾਂ। ਨਾਗਨ ਸੰਗ ਸਦਾ ਸੰਗਰਾਮੋ, ਤੇ ਨਾਗਾਂ ਦੇ ਨਾਲ ਹਮੇਸ਼ਾ ਮੇਰਾ ਯੁੱਧ ਰਹਿੰਦਾ ਹੈ। ਕਰਤ ਰਹੇ ਜਛ ਮਾਰਨ ਮਰਨੋ, ਯਸ਼ ਸਦਾ ਮਰਨ ਮਾਰਨ ਕਰਦੇ ਰਹੇ ਹਨ। ਵਿਜੈ ਪਰਾਜੈ ਹੋਏ ਨਿਤ ਲਰਨੋ, ਲੜਾਈ ਵਿੱਚ ਸਦਾ ਜਿੱਤ ਤੇ ਹਾਰ ਹੁੰਦੀ ਰਹਿੰਦੀ ਹੈ। ਕਰੋ ਨਾ ਪਖ ਆਪ ਕਿਸ ਕੇਰੇ, ਆਪ ਜੀ ਨਿਰਪੱਖ ਸਰੂਪ ਹੋ, ਆਪ ਕਿਸੇ ਦਾ ਵੀ ਪੱਖ ਨਾ ਕਰੋ। ਸਭ ਕੇ ਸਾਂਝੇ ਸਦਾ ਬਡੇਰੇ, ਤੁਸੀਂ ਦਾ ਸਦਾ ਹੀ ਸਾਰਿਆਂ ਦੇ ਸਾਂਝੇ ਰਹਿੰਦੇ ਹੋ, ਕਿਉਂਕਿ ਜਿਹੜੇ ਵੱਡੇ ਪੁਰਖ ਮਹਾਨ ਪੁਰਖ ਹੁੰਦੇ ਨੇ ਉਹ ਹਮੇਸ਼ਾ ਸਾਂਝੇ ਵਰਤਦੇ ਹਨ। ਜਬ ਤੁਮ ਆਏ ਹੋ ਤਾਮ ਹਮਾਰੇ, ਜਦ ਤੁਸੀਂ ਸਾਡੇ ਘਰ ਆਵੋਗੇ ਤੇਰਾ ਕਰਹੁ ਲੈ ਹੋ ਦਲ ਭਾਰੇ, ਤਾਂ ਭਾਰੀ ਸੈਨਾ ਲੈ ਕੇ ਸਾਡੇ ਪਾਸ ਡੇਰਾ ਕਰਿਓ। 10,000 ਦਲ ਹਮ ਤਬ ਦਹਿ, ਉਸ ਸਮੇਂ ਅਸੀਂ 10,000 ਸੈਨਾ ਤੁਹਾਨੂੰ ਦੇਵਾਂਗੇ। ਪੰਥ ਤੁਮਾਰੇ ਬਿਖੈ ਮਿਲੈ ਹੈ, ਪਰ ਤੁਹਾਡੇ ਪੰਥ ਦੇ ਵਿੱਚ ਮਿਲ ਜਾਵਾਂਗੇ। ਸਗਰੇ ਕਾਰਜ ਭਲੇ ਸੁਧਾਰੈ, ਸਾਰੇ ਕਾਰਜ ਭਲੀ ਪ੍ਰਕਾਰ ਸੁਧਾਰੋ ਜੀ। ਸਤਰੂ ਪੰਥ ਕੇ ਸਭ ਨਿਰਵਾਰੈ, ਪੰਥ ਦੇ ਸਾਰੇ ਵੈਰੀਆਂ ਨੂੰ ਦੂਰ ਕਰੋ। ਲਖੋ ਭਵਿਖ ਤਾਇਵ ਬਿਰਤੰਤਾ, ਭਵਿੱਖ ਦੇ ਇਸ ਬਰਤਾਂਤ ਨੂੰ ਸਮਝੋ ਜੀ। ਹਮਾਰੇ ਹੋ ਅਲੰਬ ਭਗਵੰਤਾ, ਇਹ ਪ੍ਰਭੂ ਜੀ ਤੁਸੀਂ ਸਾਡੇ ਸਾਰਿਆਂ ਦਾ ਆਸਰਾ ਰੂਪ ਹੋ। ਦੋਹਰਾ ਗਨ ਜਛਨ ਕੋ ਜੂਥ ਪਾਤਾ, ਸਾਰੇ ਜਥਿਆਂ ਦੇ ਜਥੇਦਾਰ ਸਰਦਧਾਰ ਨਾਮ ਵਾਲੇ ਨੇ। ਜਬ ਕਹਿਓ ਇਸ ਭਾਂਤਾ, ਜਦ ਇਸ ਤਰ੍ਹਾਂ ਗੁਰੂ ਜੀ ਨੂੰ ਬੇਨਤੀ ਕਰਕੇ ਕਿਹਾ, ਸਿਰ ਕਲੰਗੇ ਤਾਰ ਸੁਨ ਸਕਲ, ਤਾਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹਦੀ ਸਾਰੀ ਬੇਨਤੀ ਸੁਣ ਕਰਕੇ ਬੋਲੇ ਬਚ ਬਖਿਆਤਾ, ਪ੍ਰਗਟ ਰੂਪ ਦੇ ਵਿੱਚ ਬਚਨ ਕਹੇ। ਚੌਪਾਈ ਮਹਾਬੀਰ ਰਸ ਵਿਖੈ ਭਗੋਵਾ, ਮਹਾਨ ਵੀਰ ਰਸ ਵਿੱਚ ਜਿਹੜੇ ਬਚਨ ਗੁਰਾਂ ਦੇ ਭੇਜੇ ਹੋਏ ਸਨ। ਸੇਵਾ ਕਰਨ ਆਸਾ ਜਿਸ ਜੋਵਾ,
ਮੁਖ ਸੁਖ ਸਹਾਰਨ ਦੀ ਆਸ਼ੇ ਨੂੰ ਜਿਨ੍ਹਾਂ ਵੇਖਿਆ ਸੀ। ਆਦਿਕ ਪ੍ਰਤਾਪ ਸੰਗ ਭਰਪੂਰਾ, ਜਿਹੜੇ ਵੱਡੇ ਪ੍ਰਤਾਪ ਸਹਿਤ ਭਰਪੂਰ ਸਨ। ਜੈ ਸਹਿਤ ਬੋਲੇ ਬਚਰੂਰਾ, ਉਹ ਸਤਿਗੁਰੂ ਜੀ ਜਿਤ ਸਹਿਤ ਸੁੰਦਰ ਬਚਨ ਬੋਲੇ। ਜਗ ਮੈਂ ਤੁਰਕਨ ਸੈਨਾ ਅਨਗਨ, ਕਿ ਜਗਤ ਵਿੱਚ ਤੁਰਕਾਂ ਦੀ ਅਣਗਿਣਤ ਸੈਨਾ ਹੈ। ਸਪਤਹੁ ਅੰਗ ਸਹਿਤ ਅਤ ਦੁਰਜਨ, ਦੁਰਜਨ ਤੁਰਕ ਰਾਜ ਸਮਗਰੀ ਦੇ 7 ਅੰਗ ਖਜ਼ਾਨਾ, ਫੌਜ, ਕਿਲੇ, ਹਥਿਆਰ ਆਦਿਕ ਵਾਲੇ ਹਨ। ਤੁਰਕਾਂ ਦੇ ਕੋਲ ਇਹ ਸਾਰਾ ਕੁਝ ਹੈ। ਜਿਨ ਤੇ ਕਹੂੰ ਮਵਾਸ ਨ ਰਹਿਓ, ਜਿਨ੍ਹਾਂ ਦੇ ਪਾਸ ਕੋਈ ਵੀ ਬੰਦਾ ਆਕੀ ਨਹੀਂ ਰਿਹਾ। ਸਭ ਤੇ ਦੰਡਿਓ ਜਤੇ ਲਹਿਓ, ਤੁਰਕਾਂ ਨੇ ਸਾਰਿਆਂ ਦੇ ਪਾਸੋਂ ਸ਼ਕਤੀ ਦੇ ਨਾਲ ਦੰਡ ਲੈਣਾ ਕੀਤਾ, ਯਾਨੀ ਟੈਕਸ ਵਸੂਲਿਆ ਹੈ। ਦੀਨ ਦਾਸ ਤਿਨ ਕੇ ਬਨ ਰਾਉ, ਜਾਂ ਦੰਡ ਲੈਂਦੇ ਨੇ, ਸਜ਼ਾਵਾਂ ਲੈਂਦੇ ਨੇ। ਪਹਾੜੀ ਰਾਜੇ ਦੀਨ ਹੋ ਕੇ ਉਹਨਾਂ ਦੇ ਦਾਸ ਬਣੇ ਰਹੇ ਹਨ। ਹੁਕਮ ਕਰੈ ਇਨ ਪਰ ਮਨ ਪਾਉ, ਹਰ ਤੁਰਕ ਇਹਨਾਂ ਦੇ ਉੱਪਰ ਮਨ ਪਾਉਂਦਾ ਹੁਕਮ ਚਲਾਉਂਦੇ ਹਨ। ਜਗ ਮੈਂ ਭਇਓ ਅਸ਼ਤਰੂ ਪਰਤਾਪੋ, ਜਗਤ ਦੇ ਵਿੱਚ ਉਹਨਾਂ ਦਾ ਕੋਈ ਵੀ ਵੈਰੀ ਨਹੀਂ ਰਿਹਾ ਹੈ। ਤੇ ਸ਼ਤਰੂ ਕੀਨੇ ਸਭ ਖਾਪੋ, ਜਿੰਨੇ ਵੀ ਵੈਰੀ ਸਨ ਸਾਰੇ ਉਹਨਾਂ ਨੇ ਨਾਸ਼ ਕਰ ਦਿੱਤੇ ਹਨ। ਤਿੰਨ ਤੁਰਕਨ ਅਨਗੁਣ ਕੋ ਮਾਰੋ, ਉਹਨਾਂ ਅਣਗਿਣਤ ਤੁਰਕਾਂ ਨੂੰ ਮਾਰਾਂਗਾ। ਇਕ ਸਰ ਸੰਗ ਭਸਮ ਕਰ ਡਾਰੋ, ਮੇਰੇ ਵਿੱਚ ਹੇ ਪ੍ਰਭੂ ਆਪ ਦੀ ਇੰਨੀ ਸ਼ਕਤੀ ਹੈ ਕਿ ਮੈਂ ਇੱਕੋ ਤੀਰ ਚਲਾ ਕੇ ਹੀ ਸਭ ਤੁਰਕਾਨਾ ਭਸਮ ਕਰ ਦਿਆਂਗਾ। ਜਾ ਯੁੱਧ ਏਕ ਰਹਿਨ ਨਾ ਪਾਵੈ, ਇੱਕ ਵੀ ਸ਼ਸਤਰਧਾਰੀ ਮੇਰੇ ਤੀਰ ਦੀ ਤਾਬ ਸਹਾਰਦਿਆਂ ਰਹਿਣਾ ਨਹੀਂ ਪਾਵੇਗਾ। ਛੋਟਿਓ ਬਾਣ ਇੱਕ ਸਾਥ ਖਪਾਵੈ, ਇੱਕ ਵਾਰ ਚੱਲਿਆ ਤੀਰ ਮੇਰਾ ਸਾਰਿਆਂ ਨੂੰ ਮਾਰ ਮੁਕਾਵੇਗਾ। ਤਉ ਸਮਾ ਹਮ ਕਲੁ ਵਿਚਾਰਾ, ਤਾਂ ਵੀ ਅਸੀਂ ਕਲਯੁਗ ਦਾ ਸਮਾਂ ਵਿਚਾਰਿਆ ਹੈ ਜੀ। ਬਹੁਰ ਦੇ ਸਮਾ ਨੁਖ ਕੋ ਤਾਰਾ, ਫਿਰ ਇਹ ਮਨੁੱਖਾ ਸਰੀਰ ਧਾਰਨ ਕੀਤਾ ਹੈ। ਰਹਿਣ ਭਲੋ ਇਨ ਕੇ ਅਨੁਸਾਰੀ, ਇਹਨਾਂ ਦੇ ਅਨੁਸਾਰ ਰਹਿਣਾ ਚੰਗਾ ਹੈ। ਨਹ ਚਾਹੀਅਤ ਮਿਰਜਾਦ ਬਿਗਾਰੀ, ਵਾਹਿਗੁਰੂ ਨੇ ਦੁਨੀਆ ਪੈਦਾ ਕੀਤੀ ਹੈ ਤੇ 1 ਮਿੰਟ ਦੇ ਵਿੱਚ ਮਾਰ ਮੁਕਾਈ ਹੈ। ਇਹ ਮਰਜ਼ਾਦਾ ਨੂੰ ਵਿਗਾੜਨਾ ਨਹੀਂ ਚਾਹੀਦਾ ਹੈ। ਸਾਨੇ ਸਾਨੇ ਸਭ ਹੋਨ ਖਪਾਵੈ, ਹੌਲੀ ਹੌਲੀ ਸਾਰਿਆਂ ਨੂੰ ਖਪਾ ਦੇਵਾਂਗਾ। ਤੁਰਕ ਨਗਾਰ ਬੰਦ ਨਹ ਪਾਵੈ, ਤੁਰਕਾਂ ਦਾ ਕੋਈ ਵੀ ਬਾਦਸ਼ਾਹ ਨਹੀਂ ਰਹੇਗਾ। ਸੋਨ ਰੇਵਾਲ ਗੁਰੂ ਕੀ ਬਾਨੀ, ਇਹ ਗੁਰੂ ਜੀ ਮਹਾਰਾਜ ਨੇ ਬਚਨ ਕਹੇ ਹਨ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਬਚਨ ਕਹੇ ਨੇ ਕਿ ਮੇਰੇ ਵਿੱਚ ਵਾਹਿਗੁਰੂ ਦੀ ਇੰਨੀ ਸ਼ਕਤੀ ਹੈ। ਅਤੇ ਮਹਾਰਾਜ ਨੇ ਤੀਰ ਚਲਾ ਕੇ 10,000 ਦੀ ਛਾਤੀ ਵਿੱਚ ਦੀ ਪਾਰ ਵੀ ਕੀਤਾ ਸੀ ਚਮਕੌਰ ਦੀ ਜੰਗ 'ਚ। 2-3 ਹੋਰ ਚਲਾ ਦਿੰਦੇ ਇਹ ਕੰਮ ਤਮਾਮ ਹੋ ਜਾਣਾ ਸੀ। ਇਹ ਗੁਰੂ ਸਾਹਿਬ ਜੀ ਬੋਲ ਰਹੇ ਨੇ ਕਿ ਮਹਾਰਾਜ ਵਾਹਿਗੁਰੂ ਦੀ ਬਖਸ਼ੀ ਸ਼ਕਤੀ ਦੁਆਰਾ ਅਤੇ ਮੈਂ ਤੁਰਕਾਂ ਸਾਰਿਆਂ ਨੂੰ 1 ਮਿੰਟ 'ਚ ਖਪਾ ਸਕਦਾ ਹਾਂ। ਕੋਈ ਇਹਨਾਂ ਦਾ ਨਕਾਰਬੰਦ ਨਹੀਂ ਰਹੇਗਾ। ਭਾਰੀ ਬੀਰ ਰਸ ਆਪ ਬਖਾਨੀ, ਜਦ ਰੇਵਾਲ ਨੇ ਗੁਰੂ ਮਹਾਰਾਜ ਦੀ ਐਸੀ ਬਾਣੀ ਸੁਣੀ ਬੀਰ ਰਸ ਦੇ ਵਿੱਚ ਭਰੀ ਹੋਈ, ਜਦ ਮਹਾਰਾਜ ਨੇ ਕਹੀ ਆਨੀ ਕਾਨੀ ਲੈ ਸੰਗ ਕਰੂਰਾ, ਕਰੋੜ ਫੌਜ ਨਾਲ ਲੈ ਕੇ ਤੇ ਕਹਿਣ ਲੱਗਾ ਜੀ ਆਪ ਜੀ ਵਾਲੇ ਪਾਸੇ ਮੈਂ ਪਹੁੰਚਾਂਗਾ। ਪਹੁੰਚੋ ਆਏ ਆਪ ਕੀ ਓਰਾ, ਮਹਾਰਾਜ
ਆਪ ਦੇ ਵਾਲੇ ਪਾਸੇ ਮੈਂ ਮਦਦ ਲਈ ਖਾਲਸੇ ਦੀ ਪਹੁੰਚਾਂਗਾ। ਸੈਨ ਭਿਆਨਕ ਬਣੈ ਭੁਜੰਗੀ, ਸੂਰਬੀਰਾਂ ਦੀ ਭਿਆਨਕ ਸੈਨਾ ਬਣੇਗੀ। ਸੁਣੋ ਪਿਤਾ ਜੀ ਹੋਏ ਇੱਕ ਰੰਗੇ, ਸੁਣੋ ਪਿਤਾ ਜੀ ਇਹ ਸਾਰੀ ਇੱਕ ਰੰਗ ਦੇ ਵਿੱਚ ਰੰਗੀ ਜਾਵੇਗੀ। ਜਬੈ ਸਮਾਂ ਪਹੁੰਚੈ ਗੋਆਈ, ਜਦ ਸਮਾਂ ਆ ਕੇ ਪਹੁੰਚੇਗਾ। ਸ਼ਤਰਨ ਸਨ ਤਬ ਕਰੋ ਲੜਾਈ, ਤਾਂ ਵੈਰੀਆਂ ਦੇ ਨਾਲ ਫਿਰ ਮੈਂ ਲੜਾਈ ਕਰਾਂਗਾ। ਜੀਤੋ ਗੰਧਰਵ ਦੇਸ਼ ਵਿਸਾਲਾ, ਅਤੇ ਵਿਸ਼ਾਲ ਗੰਧਰਵ ਦੇਸ਼ ਮੈਂ ਜਿੱਤ ਲਵਾਂਗਾ। ਲੜੈ ਖਾਲਸਾ ਮਿਲ ਤਿਸ ਕਾਲਾ, ਉਸ ਸਮੇਂ ਖਾਲਸਾ ਮਿਲ ਕੇ ਲੜੇਗਾ। ਕਰ ਦਸ ਕਰੋ ਤੁਰਕ ਸੰਘਾਰ, ਤੁਰਕਾਂ ਨੂੰ ਮਾਰ ਕੇ ਮਿੱਟੀ ਦੇ ਵਿੱਚ ਰੁਲਾ ਦਿਆਂਗਾ। ਨਹੀਂ ਰਹਿਣ ਪਾਵੈ ਤਿਸ ਬਾਰ, ਉਸ ਸਮੇਂ ਕੋਈ ਨਹੀਂ ਰਹਿ ਸਕੇਗਾ। ਬਰਖ 50 ਚਾਨਣਾ ਕਰੋ, 50 ਸਾਲ ਮੈਂ ਰਾਜ ਕਰਾਂਗਾ। ਸਾਗਰ ਲਗ ਪ੍ਰਤਾਪ ਜਸ ਤਾਰੋ, ਹਰ ਸਮੁੰਦਰ ਤੱਕ ਪ੍ਰਤਾਪ ਤੇ ਜਸ ਧਾਰਨ ਕਰਾਂਗਾ। ਓ ਕਪੀਸ ਗੰਧਰਵ ਕੀ ਸੰਤਤਾ, ਜਿਹੜੀ ਕਪੀਸ਼ ਗੰਧਰਵ ਦੀ ਸੰਤਾਨ ਹੈ, ਜਿਵੇਂ ਦਬਾਏ ਲੇਗੀ ਸੰਤਤਾ, ਉਹ ਧਰਤੀ ਨੂੰ ਦਬਾ ਲਵੇਗੀ। ਧਰਤ ਮਲੇਸ਼ ਭਾਵ ਜੋ ਤਨ ਮੈਂ, ਜਿਹੜਾ ਸਰੀਰ ਵਿੱਚ ਮਲੇਸ਼ ਭਾਵਨਾ ਧਾਰਨ ਕਰੇਗਾ। ਸਭਨ ਪਲਾਏ ਦੇਹੋਂ ਰਣ ਮੈਂ, ਸਾਰਿਆਂ ਨੂੰ ਯੁੱਧ ਦੇ ਵਿੱਚ ਭਜਾ ਦੇਣਗੇ। ਪੰਥ ਖਾਲਸਾ ਰਾਖ ਦਿਖਾਵਾ, ਪੰਥ ਖਾਲਸਾ ਰੱਖ ਕੇ ਦਿਖਾਵਾਂਗਾ। ਤੇਜ ਬਿਲੰਦ ਜਗਤ ਵਿਦਤਾਵਾ, ਇਹਨਾਂ ਦਾ ਬੜਾ ਭਾਰੀ ਉੱਚਾ ਤੇਜ ਜਗਤ ਦੇ ਵਿੱਚ ਪ੍ਰਗਟ ਕਰਾਂਗਾ। ਕਰੋ ਬਿਆਲੇ ਮਦਨਾ ਨਾਰੀ, ਮਦਨਾ ਨਾਮੀ ਨਾਰੀ ਲੈ ਕੇ ਵਿਆਹ ਕਰਾਵਾਂਗਾ। ਪੁੱਤਰ ਉਪਾਵੋ ਦਵ ਬਲ ਭਾਰੀ, 2 ਬਲਵਾਨ ਮੈਂ ਪੁੱਤਰ ਪੈਦਾ ਕਰਾਂਗਾ। ਜਬ ਵੀਹ ਰਾਜ ਸਾਜ ਭਰਿਆ ਹੈ, ਜਦੋਂ ਪੁੱਤਰ ਰਾਜ ਸਾਜ ਤੇ ਬੈਠ ਜਾਣਗੇ, ਤਬ ਸਰੀਰਾ ਆਪਨ ਤਜਦੈ ਹੈ, ਫਿਰ ਮੈਂ ਆਪਣਾ ਸਰੀਰ ਛੱਡ ਦੇਵਾਂਗਾ। ਮੁਝ ਪਿੱਛੇ ਬੜ ਹੋਏ ਲੜਾਈ, ਮੇਰੇ ਬਾਅਦ ਵੱਡੀ ਲੜਾਈ ਹੋਵੇਗੀ। ਫਿਰ ਸਾਰੀ ਪ੍ਰਜਾ ਦੀ ਵੰਡ ਕਰਨਗੇ। ਖੰਡ ਕਰੈ ਪ੍ਰਜਾ ਸਮਦਾਈ, ਫਿਰ ਸਾਰੀ ਪ੍ਰਜਾ ਨੂੰ ਵੰਡ ਲੈਣਗੇ ਕਿ ਇੱਥੇ ਤੇਰਾ ਰਾਜ ਹੈ, ਇੱਥੇ ਮੇਰਾ ਰਾਜ ਹੈ। ਇਹ 100 ਸਾਖੀਆਂ ਦੀਆਂ ਭਵਿੱਖਤ ਸਾਖੀਆਂ ਚੱਲ ਰਹੀਆਂ ਨੇ। ਇਕ ਸੁਤ ਕੋਹੇ ਰਾਜ ਵਸੇਸੋ, ਇੱਕ ਪੁੱਤਰ ਦਾ ਵਿਸ਼ੇਸ਼ ਰਾਜ ਹੋਵੇਗਾ। ਦੇਸ਼ ਕਾਮਗੜ ਲਗੋ ਅਸੇਸੋ, ਕਾਮਗੜ ਦੇਸ਼ ਵੀ ਮੈਂ ਲੈ ਲਵਾਂਗਾ। ਦਿੱਲੀ ਤੀਰਥਾ ਬੜੋ ਪਰਿਆਗੂ, ਦਿੱਲੀ ਅਤੇ ਵੱਡਾ ਤੀਰਥ ਪ੍ਰਯਾਗ, ਨਗ ਜਹ ਲਗ ਪੂਰਬ ਕੇਰ ਵਿਭਾਗੂ, ਜੋ ਪਹਿਲਾਂ ਪੂਰਬ ਦਾ ਹਿੱਸਾ ਸੀ। ਸਭ ਕੋ ਰਾਜ ਕਰ ਮਮ ਨੰਦ, ਸਾਰਿਆਂ ਦੇ ਉੱਤੇ ਮੇਰਾ ਪੁੱਤਰ ਰਾਜ ਕਰੇਗਾ। ਸੋ ਜਸ ਪ੍ਰਤਾਪ ਵਧਾਏ ਬਿਲੰਦ, ਉਹ ਆਪਣਾ ਸ੍ਰੇਸ਼ਟ ਜਸ ਅਤੇ ਪ੍ਰਤਾਪ ਬਹੁਤ ਵਧਾਵੇਗਾ। ਸਿੰਧ ਮਹਾਨਦ ਬੈਤ ਚਨਾਊ, ਜਿੱਥੇ ਮਹਾਨਦੀ ਸਿੰਧ ਅਤੇ ਚਨਾਬ ਨਦੀ ਵਗਦੀ ਹੈ। ਰਾਵੀ ਸਤਦਰਵ ਲਗੋ ਪ੍ਰਭਾਉ, ਰਾਵੀ ਸਤਲੁਜ ਤੱਕ ਪ੍ਰਭਾਵ ਹੋਵੇਗਾ। ਦੁਤੀਏ ਨੰਦਨ ਕੋ ਹੋਏ ਰਾਜ, ਦੂਸਰੇ ਪੁੱਤਰ ਦਾ ਰਾਜ ਹੋਵੇਗਾ। ਵਧੈ ਬਿਭੂਤ ਵਿਸਾਲ ਸਮਾਜ, ਉਸ ਦਾ ਧਨ ਦੌਲਤ ਅਤੇ ਸਮਾਜ ਬੜਾ ਭਾਰੀ ਵਿਸ਼ਾਲ ਵਧੇਗਾ। ਹੋਰ ਕਸ਼ਮੀਰ ਸੋ ਪਛਮ ਦਸ ਕੋ, ਕਸ਼ਮੀਰ ਦੇ ਪੱਛਮ ਵਾਲੇ ਪਾਸੇ ਸਭ ਮੈਂ ਰਾਜ ਹੋਏ ਹੈ ਤਿਸ ਕੋ, ਸਾਰੇ ਪਾਸੇ ਮੇਰੇ ਉਸ ਪੁੱਤਰ ਦਾ ਰਾਜ ਹੋਵੇਗਾ। ਵਰਨ ਆਲਮੀ ਕਰੈ ਉਚਰਾ, ਉਹ ਆਪਣਾ ਵਰਨ ਆਲਮੀ ਕਹਾਵੇਗਾ। ਇਮ ਕੈ ਗੁਰ ਕੇ ਸੰਗ ਸਿਧਾਰਾ, ਇੰਜ ਕਹਿ ਕੇ
ਉਹ ਜਿਹੜਾ ਜੱਚਾਂ ਦਾ ਸਰਦਾਰ ਜਿਹਦਾ ਨਾਮ ਸੀ ਸਰਦਧਾਰ, ਉਹ ਸਰਦਧਾਰ ਕਹਿ ਕੇ ਚਲਾ ਗਿਆ। ਸਰਦਧਾਰ ਬਿਨਤੀ ਕਹਿਐਸੀ। ਜੱਚਾਂ ਦੇ ਜਥੇਦਾਰ ਸਰਦਧਾਰ ਨੇ ਇੰਜ ਕਲਗੀਧਰ ਦੇ ਚਰਨਾਂ ਵਿੱਚ ਬੇਨਤੀ ਆਖੀ, ਏ ਪ੍ਰਭ ਮੁਝ ਕੋ ਆਗਿਆ ਕੈਸੀ। ਕਿ ਹੇ ਪ੍ਰਭੂ ਜੀ ਮੈਨੂੰ ਆਗਿਆ ਕੈਸੀ ਹੈ। ਮਹਾਰਾਜ ਤਨਪਤ ਅਲਕੇਸ਼। ਹੇ ਮਹਾਰਾਜ ਧਨ ਦਾ ਮਾਲਕ ਜਿਹੜਾ ਕੁਬੀਰ ਹੈ, ਇਸ ਪ੍ਰਤ ਕਈਐ ਕੁਸ ਸੰਦੇਸ਼। ਉਸ ਬਾਰੇ ਵੀ ਕੋਈ ਆਪ ਜੀ ਕੋਈ ਮੈਸੇਜ ਕੋਈ ਸੁਨੇਹਾ ਜੇ ਦੇਣਾ ਚਾਹੁੰਦੇ ਹੋ ਤੇ ਆਗਿਆ ਰੂਪ ਦੇ ਵਿੱਚ ਦੇਵੋ ਜੀ, ਮੈਂ ਜਾ ਕੇ ਉਹਨੂੰ ਕਹਾਂਗਾ। ਇਸ ਕੋ ਪਾਠਿਓ ਆਪ ਟਿਕ ਆਇਓ। ਮੈਂ ਦੇਵਤਿਆਂ ਦੇ ਖਜ਼ਾਨਚੀ ਕਬੀਰ ਦਾ ਭੇਜਿਆ ਹੋਇਆ ਹੀ ਆਪ ਜੀ ਦੇ ਪਾਸ ਆਇਆ ਹਾਂ। ਜਿਮ ਭਾਖਿਓ ਮੈਂ ਆਨ ਸੁਨਾਇਓ। ਜਿਸ ਪ੍ਰਕਾਰ ਉਸਨੇ ਕਿਹਾ ਸੀ ਸੋ ਮੈਂ ਆ ਕੇ ਤੁਹਾਨੂੰ ਸੁਣਾ ਦਿੱਤਾ ਹੈ। ਤੁਮ ਜਿਮ ਕਹੋ ਸੁਨਾਵਨ ਕਹੋ। ਜਿਵੇਂ ਤੁਸੀਂ ਕਹੋਗੇ ਉਂਝ ਮੈਂ ਸੁਣਾ ਦੇਵਾਂਗਾ। ਸਕਲ ਜਸ ਰਾਵਰ ਅਨਸਰਹੂੰ। ਸਾਰੇ ਜਸ਼ ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਨਾ ਕੋਈ ਦੇਵੀ ਹੈ, ਨਾ ਕੋਈ ਦੇਵਤਾ ਹੈ, ਤੇ ਨਾ ਹੀ ਕੋਈ ਹੋਰ ਸ਼ਕਤੀਸ਼ਾਲੀ ਹੈ। ਸਾਰੇ ਮਹਾਰਾਜ ਦੀਆਂ ਸ਼ਕਤੀਆਂ ਦੇ ਅਧੀਨ ਨੇ, ਕਿਉਂਕਿ ਗੁਰੂ ਸਾਹਿਬ ਜੀ ਬੜੇ ਭਾਰੀ ਤਪੱਸਵੀ ਹੋਏ ਨੇ। ਹੇਮਕੁੰਟ ਸਾਹਿਬ ਦੇ ਸਾਰੇ ਅਕਾਲ ਪੁਰਖ ਦੀ ਬਖਸ਼ਿਸ਼ ਜੋ ਹੋਈ ਹੈ, ਸਾਰੇ ਮਹਾਰਾਜ ਦੇ ਅਧੀਨ ਹਨ। ਨਤ ਮੈਂ ਗਮਨੋ ਸੰਗ ਤੁਮਾਰੇ। ਨਹੀਂ ਤਾਂ ਮੈਂ ਤੁਹਾਡੇ ਨਾਲ ਹੀ ਜਾਵਾਂਗਾ। ਚੱਲ ਆਨੰਦਪੁਰ ਕਰੋ ਉਚਾਰੇ। ਆਨੰਦਪੁਰ ਚੱਲ ਕੇ ਉਚਾਰਨ ਕਰਾਂਗਾ। ਇਹ ਅਗੰਮੀ ਖੇਡਾਂ ਨੇ, ਅਗੰਮੀ ਬਚਨ ਹਨ। ਕੋਈ ਆਮ ਦੁਨਿਆਵੀ ਮਨੁੱਖ ਨਹੀਂ ਮਹਾਰਾਜ ਨੂੰ ਮਿਲਿਆ। ਇਹ ਤਾਂ ਉਹ ਦੇਵੀ ਦੇਵਤੇ ਉੱਧਰੋਂ ਹੀ ਕਿਤੋਂ ਸਨੇਹ ਪਤੇ ਲੈ ਕੇ ਆਏ ਨੇ। ਇਹ ਸੌ ਸਾਖੀ ਦੇ ਭਵਿੱਖਤ ਵਾਕ ਆਪ ਸਰਵਣ ਕਰ ਰਹੇ ਹੋ। ਸੋ ਜਿਹੜੇ ਕਮਾਈ ਵਾਲੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਸਭ ਕੁਛ ਗੁਰੂ ਜੀ ਦੇ ਕੌਤਕਾਂ ਦਾ ਗਿਆਨ ਹੁੰਦਾ ਹੈ। ਇੱਕ ਵਾਰ ਮੈਂ ਮਹਾਂਪੁਰਖਾਂ ਦਾ ਜੀਵਨ ਪੜ੍ਹ ਰਿਹਾ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜੋ ਕੁਝ ਲਿਖਣ ਨਹੀਂ ਸਨ ਦਿੰਦੇ ਅਤੇ ਛਾਪਣ ਨਹੀਂ ਸਨ ਦਿੰਦੇ। ਕਹਿੰਦੇ ਬਸ ਆਪਾਂ ਕਥਾ ਕਰਨੀ ਹੋਈ ਹੈ, ਬਸ ਸੁਣਾਉਣੀ ਹੈ, ਲਿਖਣੀ ਨਹੀਂ ਹੈ। ਬੜਾ ਸਿੰਘਾਂ ਤਰਲੇ ਮਾਰੇ, ਨਾ ਕਾਪੀ ਲੈ ਕੇ ਦੇਣੀ, ਨਾ ਪੈਨ ਲੈ ਕੇ ਦੇਣਾ, ਅਤੇ ਨਾ ਹੀ ਟਾਈਮ ਲੱਗਣ ਦੇਣਾ। ਬਸ ਪੜ੍ਹਾਈ ਦੇ ਵਿੱਚ ਰੁਝਾਈ ਰੱਖਣਾ, ਕਹਿਣਾ ਬਾਣੀ ਪੜ੍ਹੋ ਬਸ। ਛੋਟਾ ਜਿਹਾ ਗੁਟਕਾ ਕੇਵਲ 5 ਬਾਣੀਆਂ ਦਾ ਹਜ਼ਾਰਾਂ ਤਰਲੇ ਮਾਰ ਕੇ ਛਪਵਾਇਆ, ਕੁਝ ਛਾਪਣ ਨਹੀਂ ਦਿੱਤਾ। ਆਗਿਆ ਲੈ ਲਈ ਵੀ ਕਥਾ ਲਿਖ ਕੇ ਛਪਾਵਾਂਗੇ। ਕਹਿੰਦੇ ਬਸ ਆਪ ਨੂੰ ਆਗਿਆ ਨਹੀਂ, ਆਪਾਂ ਕਰਨੀ ਹੋਈਆਂ ਬਸ। ਉਹ ਮਹਾਂਪੁਰਖਾਂ ਨੇ ਬਚਨ ਕਿਸੇ ਨੇ ਲਿਖੇ, ਉਹਨਾਂ ਪਾੜ ਕੇ ਅਤੇ ਵੇਸਟ ਕਰ ਦਿੱਤੇ। ਪਤਾ ਨਹੀਂ ਉਹ ਜ਼ਬਾਨੀ ਮੁੜ ਕੇ ਬਾਅਦ ਦੇ ਵਿੱਚ ਲਿਖਤ ਵਿੱਚ ਆਏ। ਮਹਾਂਪੁਰਖਾਂ ਨੇ ਚਮਕੌਰ ਸਾਹਿਬ, ਜਿੱਥੇ ਬੌਲੀ ਸਾਹਿਬ ਗੁਰਦੁਆਰਾ ਹੈ, ਆਪਣਾ ਕਤਲਗੜ੍ਹ ਸਾਹਿਬ ਦੇ ਸਾਹਮਣੇ ਹੇਠਾਂ ਬੌਲੀ ਹੈ, ਉੱਥੇ ਬੌਲੀ ਦੇ ਵਿੱਚ 40 ਦਿਨ ਦਾ ਹਿਸਾਬ ਰੱਖ ਕੇ ਅਤੇ 36 ਮਾਲਾ ਮੂਲ ਮੰਤਰ ਦੀਆਂ ਰੋਜ਼ ਫੇਰ ਕੇ 1.25 ਲੱਖ ਮੂਲ ਮੰਤਰ ਦਾ ਸਿਮਰਨ ਸੰਪੂਰਨ ਕੀਤਾ। ਤਾਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਇੱਕ ਵਾਰ ਸਿੰਘ ਆਪਸ ਦੇ ਵਿੱਚ ਇੱਕ ਦੂਜੇ ਨਾਲ ਬਖਸ਼ਿਸ਼ ਦੇ ਬਚਨ ਸਾਂਝੇ ਕਰ ਰਹੇ ਸੀ। ਸੰਤ ਉੱਤੇ ਚਲੇ ਗਏ, ਕਹਿੰਦੇ ਕੀ ਬਚਨ ਚੱਲ ਰਹੇ ਨੇ? ਕਹਿੰਦੇ ਇੱਕ ਦੂਜੇ ਦੀ ਅਵਸਥਾ ਆਪਸ ਵਿੱਚ ਸਾਂਝੀ ਕਰ ਰਹੇ ਹਾਂ। ਕਹਿੰਦੇ ਐਸੇ ਬਚਨ ਇੱਕ ਦੂਜੇ ਨਾਲ ਸਾਂਝੇ ਨਹੀਂ ਕਰੀਦੇ, ਇਹ ਗੁਪਤ ਰੱਖੀਦੇ ਹਨ। ਕਹਿੰਦੇ ਨਹੀਂ ਮਹਾਰਾਜ ਤੁਸੀਂ ਵੀ ਦੱਸੋ। ਬਹੁਤਾ ਪੁੱਛਣ ਤੋਂ ਉਹਨਾਂ ਦੱਸਿਆ ਕਿ ਜਦ ਬੌਲੀ ਸਾਹਿਬ ਵਿਖੇ 1.25 ਲੱਖ ਮੂਲ ਮੰਤਰ ਦਾ ਸਿਮਰਨ ਸੰਪੂਰਨ ਹੋਇਆ ਤਾਂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਹੋਇਆ।
40 ਮੁਕਤਿਆਂ ਨੂੰ ਉਹਨਾਂ ਨੇ ਆਪਣੀ ਜੱਫੀ ਦੇ ਵਿੱਚ, ਜਿਵੇਂ ਮਾਂ ਜਿੰਨੇ ਮਰਜ਼ੀ ਉਹਦੇ ਪੁੱਤ ਹੋਣ ਉਹ ਸਾਰਿਆਂ ਨੇ ਇੱਕੋ ਜਿਹਾ ਪਿਆਰ ਕਰਦੀ ਹੈ, ਇਉਂ 40 ਮੁਕਤਿਆਂ ਨੂੰ ਇੱਕੋ ਹੀ ਜੱਫੀ 'ਚ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ ਹੋਇਆ। ਅਤੇ ਮੈਂ ਵੇਖੀ ਜਾਵਾਂ ਵੇਖੀ ਜਾਵਾਂ, ਕਹਿੰਦੇ ਤੂੰ ਵੀ ਆ ਜਾ। ਮੇਰੇ ਪੇਟ ਨੂੰ ਕੇਵਲ ਗੁਰੂ ਸਾਹਿਬ ਦੇ ਪੋਟੇ ਲੱਗੇ। ਜਦ ਮਹਾਰਾਜ ਦੇ ਪੋਟੇ ਮੇਰੇ ਪੇਟ ਨੂੰ ਛੂਹੇ ਤਾਂ ਮੈਨੂੰ ਦੀਨ ਦੁਨੀਆ ਭੁੱਲ ਗਈ ਅਤੇ ਮੈਂ ਮਸਤਾਨਾ ਹੋ ਗਿਆ। ਮਸਤਾਨੀ ਬਿਰਤੀ ਦੇ ਵਿੱਚ ਜਿਵੇਂ ਸੁੱਤੇ ਪਏ, ਕਈਆਂ ਨੂੰ ਬਿਮਾਰੀ ਹੁੰਦੀ ਹੈ ਅਤੇ ਸੁੱਤੇ ਪਈ ਉਹ ਤੁਰ ਪੈਂਦੇ ਨੇ, ਕੋਠੇ 'ਤੇ ਹੋਣ ਕੋਠੇ 'ਤੇ ਹੀ ਤੁਰ ਪੈਂਦੇ ਨੇ, ਥੱਲੇ ਹੋਣ ਥੱਲੇ ਹੀ, ਕਿੰਨਾ ਮੇਲ ਉਹਨਾਂ ਨੂੰ ਲੱਭਦੇ ਫਰੀਦਾ। ਇਉਂ ਦਾਨਾ ਦੀਵਾਨਾ ਅਤੇ ਮਸਤਾਨਾ 3 ਅਵਸਥਾਵਾਂ ਮਹਾਂਪੁਰਖਾਂ ਦੀਆਂ। ਜ਼ਿਆਦਾ ਸੰਤ ਮਸਤਾਨੀ ਬਿਰਤੀ 'ਚ ਰਹਿੰਦੇ, ਉਹ ਬਿਰਤੀ ਮਸਤਾਨੀ ਹੋ ਗਈ। ਮੈਂ ਤੁਰਿਆ ਗਿਆ ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਨੂੰ ਚੜ੍ਹ ਗਿਆ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਿਆ। ਅੱਗੇ ਇੱਕ ਗੁਫਾ ਆਈ, ਉਹਦੇ ਵਿੱਚ ਵੀ ਤੁਰਿਆ ਗਿਆ ਅਤੇ ਗੁਫਾ ਦਾ ਫਿਰ ਅੰਤ ਆਇਆ। ਉੱਥੇ ਸਰੋਵਰ ਸੀਗਾ, ਸਰੋਵਰ ਦੇ ਕਿਨਾਰੇ 'ਤੇ ਬੜੇ ਬੜੇ ਕੱਦਾਵਰ, ਜਿਸ ਤਰ੍ਹਾਂ ਜਰਨੈਲ ਹੁੰਦੇ ਨੇ, ਜਿਸ ਤਰ੍ਹਾਂ ਹਰੀ ਸੋ ਨਲੂਆ ਹੋ ਗਿਆ, ਬੰਦਾ ਬਹਾਦਰ ਹੋ ਗਿਆ, ਬੜੀਆਂ ਬੜੀਆਂ ਛਾਤੀਆਂ, ਬੜੇ ਬੜੇ ਜੁੱਸੇ ਉਹਨਾਂ ਦੇ, ਅੱਖਾਂ ਐਨ ਲਾਲ ਸੁਰਖ ਮੋਟੀਆਂ ਮੋਟੀਆਂ, ਅਤੇ ਬਹੁਤ ਤਗੜੇ ਤਗੜੇ, ਜਿਵੇਂ ਕੋਈ ਹੋਰ ਹੀ ਦੇਸ਼ ਦੇ ਮਨੁੱਖ ਹੋਣ। ਅਤੇ ਉਹਨਾਂ ਨਾਲ ਫਤਿਹ ਸਾਂਝੀ ਹੋਈ। ਪੁੱਛਿਆ ਭਾਈ ਤੁਸੀਂ ਕਿਹੜੇ ਦੇਸ਼ ਦੇ ਲੋਕ ਹੋ ਅਤੇ ਕੌਣ ਹੋ? ਕਹਿੰਦੇ ਤੁਹਾਨੂੰ ਨਹੀਂ ਪਤਾ? ਅਤੇ ਉਹ ਬਾਬਾ ਦੀਪ ਸਿੰਘ ਹੈ, ਉਹ ਬਾਬਾ ਤਾਰੂ ਸਿੰਘ ਹੈ, ਉਹ ਬਾਬਾ ਮਤੀ ਦਾਸ ਹੈ। ਕਹਿੰਦੇ ਤੁਹਾਡੀ ਕਥਾ ਤਾਂ ਮੈਂ ਕਰਦਾ ਰਿਹਾ ਵੀ ਤੁਸੀਂ ਤਾਂ ਸ਼ਹੀਦੀਆਂ ਪਾ ਗਏ ਹੋ, ਆਪਾਂ ਕਥਾ ਦੇ ਵਿੱਚ ਤੁਹਾਡੀ ਸ਼ਹੀਦੀ ਸੁਣਾਉਂਦੇ ਹਾਂ ਅਤੇ ਤੁਸੀਂ ਅਜੇ ਜਿਉਂਦੇ ਹੋ? ਕਹਿੰਦੇ ਹਾਂ। ਤੁਸੀਂ ਬਾਣੀ 'ਚ ਨਹੀਂ ਪੜ੍ਹਿਆ? ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੂੰ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਸੋ ਮਰਨ ਤੋਂ ਬਾਅਦ ਇੱਕ ਨਵਾਂ ਜੀਵਨ ਮਿਲਦਾ ਹੈ। ਕਹਿੰਦੇ ਤੁਸੀਂ ਸੱਚਖੰਡ ਨਹੀਂ ਗਏ? ਕਹਿੰਦੇ ਉਹ ਸੱਚਖੰਡ ਉਹ ਹੈ, ਸਾਹਮਣੇ ਦਰਵਾਜ਼ਾ ਹੈ। ਜਿਹੜਾ ਵੀ ਸਿੰਘ ਸ਼ਹੀਦ ਹੁੰਦਾ ਹੈ ਉਹਨੂੰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ, ਪਰ ਇੱਕ ਵਾਰ ਪੁੱਛਿਆ ਜਾਂਦਾ ਹੈ ਭਈ ਜੇ ਤੂੰ ਆਹ ਦਰਵਾਜ਼ਾ ਲੰਘਣਾ ਹੈ, ਦੱਸ ਤੇਰੇ ਮਨ ਦੀ ਕੋਈ ਇੱਛਾ ਤਾਂ ਨਹੀਂ ਰਹਿ ਗਈ? ਜੇ ਤਾਂ ਕੋਈ ਕਹੇ ਵੀ ਅਜੇ ਮੇਰੇ ਮਨ ਦੀ ਸੇਵਾ ਦੀ ਇੱਛਾ ਹੈ ਤਾਂ ਉਹਨੂੰ ਅੰਦਰ ਨਹੀਂ ਲੰਘਾਇਆ ਜਾਂਦਾ। ਉਹਨੂੰ ਕਹੀਦਾ ਵੀ ਇੱਥੇ ਸਰੋਵਰ ਕੰਢੇ ਬੈਠ ਕੇ ਤਪ ਕਰ। ਅਤੇ ਜੇ ਕੋਈ ਕਹੇ ਵੀ ਮੇਰੀ ਇੱਛਾ ਸਮਾਪਤ ਹੋ ਗਈ ਹੈ, ਮੈਂ ਰੱਜ ਕੇ ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਸੇਵਾ ਕਰ ਲਈ, ਫਿਰ ਸੱਚਖੰਡ 'ਚ ਨਿਵਾਸ ਮਿਲਦਾ ਹੈ, ਜਿੱਥੇ ਬੈਠ ਕੇ ਬਸ ਚੌਂਕੜਾ ਮਾਰ ਕੇ ਭਜਨ ਹੀ ਕਰਨਾ ਹੈ। ਆਪਾਂ ਸਾਰਿਆਂ ਨੇ ਬੇਨਤੀ ਕੀਤੀ ਵੀ ਮਹਾਰਾਜ ਅਜੇ ਭੁੱਖ ਨਹੀਂ ਉਤਰੀ। ਜਿਹੜੀ ਇੱਛਾ ਲੈ ਕੇ ਅਸੀਂ ਮਹਾਰਾਜ ਧਰਮ ਯੁੱਧ ਦੇ ਵਿੱਚ ਪ੍ਰਵਿਰਤ ਹੋਏ ਸੀ, ਉਹ ਇੱਛਾ ਸਾਡੀ ਪੂਰੀ ਨਹੀਂ ਹੋਈ। ਸਾਡਾ ਕੰਮ ਹੈ ਕਿ ਖਾਲਸਾਈ ਨਿਸ਼ਾਨ ਸਾਹਿਬ ਸਭ ਦੁਨੀਆ ਦੇ ਉੱਪਰ ਝੁੱਲੇ। ਜੋ ਰੁਕਨਦੀਨ ਕਾਜੀ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਚਾ ਹੋਈ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਇਹ ਮੱਕੇ ਦੇ ਵਿੱਚ ਜਦ ਗਏ, ਕਾਜੀ ਰੁਕਨਦੀਨ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਅਤੇ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕ ਕਰਨੀਨਾਮਾ, ਇੱਕ ਨਸੀਹਤਨਾਮਾ, 2 ਬਾਣੀਆਂ ਉਚਾਰੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹਨ, ਇਤਿਹਾਸ ਦੇ ਵਿੱਚ ਹਨ। ਉਹ ਗੁਰੂ ਨਾਨਕ ਸਾਹਿਬ ਦਾ ਬਚਨ ਪੂਰਾ ਹੋਵੇਗਾ ਇੱਕ ਨਿਸ਼ਾਨ ਸਾਹਿਬ ਦੇ ਹੇਠ। ਸੋ ਸਾਰੀ ਖਾਲਸਾ ਕੌਮ ਇਕੱਤਰ ਹੋਵੇਗੀ, ਸਭ ਖਾਲਸੇ ਦਾ ਸਭ ਦੁਨੀਆ ਦੇ ਉੱਪਰ ਰਾਜ ਹੋਵੇਗਾ, ਕੋਈ ਇਹਨਾਂ ਤੋਂ ਆਕੀ ਨਹੀਂ ਰਹੇਗਾ ਅਤੇ ਆਪਾਂ ਉਹ ਰਾਜ ਕਾਇਮ ਕਰਨਾ ਹੈ। ਇਸ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਹੈ ਵੀ ਜੇ ਸੇਵਾ ਕਰਨੀ ਹੈ ਅਤੇ ਉਹ ਖਾਲਸੀ ਝੰਡਾ ਦੁਨੀਆ 'ਤੇ ਝੁਲਦਾ ਵੇਖ ਕੇ ਫਿਰ ਸਰੀਰ ਸ਼ਾਂਤ ਕਰਨਾ ਹੈ। ਅਤੇ ਜਿਹੜਾ ਇੱਕ ਵਾਰ ਇੱਥੇ ਆ ਜਾਏ ਅਤੇ ਜਿਹੜਾ ਇੱਧਰੋਂ ਇੱਕ ਵਾਰ ਬਾਹਰ ਨੂੰ ਚਲਾ ਜਾਏ, ਉਹ ਮੁੜ ਕੇ ਬਾਅਦ 'ਚ ਕਹਿੰਦੇ ਗੁਫਾ ਨਹੀਂ ਲੱਭਦੀ। ਉਹ ਸੰਤ ਕਹਿੰਦੇ ਵੀ ਮੈਨੂੰ ਪਤਾ ਨਹੀਂ ਲੱਗਾ ਵੀ ਕੋਈ ਸੁਪਨਾ ਆਇਆ ਜਾਂ ਮੈਂ ਸਮਾਧੀ ਦੇ ਵਿੱਚ ਸੀਗਾ।
ਜਾਂ ਮੈਂ ਜਾਗਦਾ ਸੀਗਾ ਜਾਂ ਮੈਂ ਸੁੱਤਾ ਪਿਆ ਸੀਗਾ। ਅਤੇ ਜੇ ਕੋਈ ਕਹੇ ਵੀ ਝੂਠ ਵੀ ਨਹੀਂ ਹੈ, ਅਤੇ ਇਸ ਤਰ੍ਹਾਂ ਮੈਨੂੰ ਪ੍ਰਤੀਤ ਜਿਹਾ ਹੋਇਆ ਸਭ ਕੁਛ। ਇਹ ਉਹਨਾਂ ਦੇ ਜੀਵਨ ਦੇ ਵਿੱਚ ਭਵਿੱਖਤ ਬਚਨ ਲਿਖੇ ਹੋਏ ਹਨ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਪਰਮਾਤਮਾ ਦਾ ਜੋ ਗਿਆਨੀ ਪੁਰਖ ਹੈ, ਉਹਦੀ ਅਵਸਥਾ ਉਹ ਖੁਦ ਆਪ ਜਾਣਦਾ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਗਏ ਹਨ। ਬ੍ਰਹਮ ਗਿਆਨੀ ਦੇ ਅਰਥ ਸਤਿਗੁਰੂ ਜੀ ਵੀ ਲੱਗਦੇ ਹਨ। ਸੋ ਰਾਹੋ ਵਿਚਾਰ। ਇਹ 100 ਸਾਖੀ ਦੇ ਭਵਿੱਖਤ ਬਚਨ ਚੱਲ ਰਹੇ ਹਨ। ਸੁਣ ਕੈ ਸਿਰਿ ਮੁਖਾ ਬਚਨ ਉਚਾਰੇ। ਇਹ ਖਾਲਸਾ ਰਾਜ ਦੀ ਗੱਲ ਚੱਲ ਰਹੀ ਹੈ ਵੀ ਖਾਲਸਾ ਰਾਜ ਆਵੇਗਾ ਅਤੇ ਉਹ ਰਵਾਲ ਕਹਿੰਦਾ ਮੈਂ 1 ਕਰੋੜ ਨਾਗ ਲੈ ਕੇ ਤੁਹਾਡੇ ਕੋਲ ਪਹੁੰਚਾਂਗਾ। ਉਹ ਜਿਹੜਾ ਜਸ਼ ਹੈ ਉਹ ਕਹਿੰਦਾ ਮੈਂ 10,000 ਫੌਜ ਤੁਹਾਨੂੰ ਦਿਆਂਗਾ। ਮਤਲਬ ਜੇ ਆਪਾਂ ਸੋਚੀਏ ਵੀ ਖਾਲਸਾ ਰਾਜ ਕਿਵੇਂ ਆਏਗਾ ਜਾਂ ਕਿੰਝ ਹੋਵੇਗਾ, ਇਹ ਤਾਂ ਕੁਦਰਤ ਭਗਵਾਨ ਦੀ ਆ। ਉਹ ਕਿ ਮਿੰਟਾਂ ਸਕਿੰਟਾਂ ਜੋ ਮਰਜ਼ੀ ਕਰ ਸਕਦਾ ਹੈ। ਵੇਖੋ ਰੱਬ ਨੇ ਬਿਮਾਰੀ ਕਿਹੋ ਜਿਹੀ ਪੈਦਾ ਕਰ ਦਿੱਤੀ। ਨਾ ਗੋਲੀ ਚਲਾਉਣ ਦੀ ਲੋੜ ਹੈ, ਨਾ ਤੀਰ ਦੀ, ਨਾ ਕੋਈ ਤਲਵਾਰ ਦੀ। ਜਿਹਨੂੰ ਮਰਜ਼ੀ ਉਂਗਲ ਲਾਓ ਅਤੇ ਬੰਦਾ ਮਾਰ ਸੁੱਟੋ। ਇਹੀ ਖੇਡ ਚੱਲ ਰਹੀ ਦੁਨੀਆ 'ਚ। ਤੋ ਭਾਵੇਂ ਕਿਸੇ ਨੇ ਜਾਣ ਕੇ ਚਲਾਈ ਹੈ ਜਾਂ ਕੁਦਰਤ ਵੱਲੋਂ ਚੱਲੀ ਹੈ, ਚੱਲੀ ਤਾਂ ਸਹੀ। ਕਦੀ ਸੋਚਿਆ ਨਹੀਂ ਸੀ ਸੁਪਨੇ 'ਚ ਵੀ ਉਂਗਲ ਨਾਲ ਬੰਦਾ ਮਰ ਜੂ। ਕਿਤੇ ਲਿਖਿਆ ਪੜ੍ਹਿਆ ਤੁਸੀਂ? ਜੰਗ ਹੁੰਦੇ ਤਾਂ ਸੁਣੇ ਨੇ ਵੀ ਮਹਾਂਭਾਰਤ ਦਾ ਜੰਗ ਹੋਇਆ ਜੀ, ਵੱਡੀ ਜੰਗ ਹੋਈ ਜੀ, 2 ਜੰਗਾਂ ਵੱਡੀਆਂ, ਕੋਈ ਕੁਛ ਹੋਇਆ ਅਤੇ ਲੜਾਈਆਂ ਝਗੜੇ। ਕਦੀ ਆਹ ਨਹੀਂ ਸੀ ਸੁਣਿਆ। ਆਹ ਜਿਹੜਾ ਨਵਾਂ ਹੀ ਜੱਬਖਾਨਾ ਖੜਾ ਹੋਇਆ, ਇੰਨਾ ਡਰ ਲੱਗਦਾ ਮਰ। ਕੰਨਾਂ ਨੂੰ ਹੱਥ ਲਾਈ ਦੇ ਰੱਬ ਰੱਬ ਕਰੀਦਾ ਵੀ ਮਹਾਰਾਜ ਬਚਾ ਕੇ ਰੱਖੇ। ਬਿਮਾਰੀ ਟੱਚ ਵਾਲੀ ਪਤਾ ਨਹੀਂ ਕਿੰਨੇ ਬਣਾ ਸੁੱਟੀ। ਸਤਿਗੁਰੂ ਰਹਿਮਤ ਕਰਨ। ਸਤਿਗੁਰੂ ਦੇ ਘਰ ਸਭ ਕੁਝ ਹੋ ਸਕਦਾ ਹੈ। ਖਿਨ ਮੈਂ ਨੀਚ ਕੀਟ ਕੋ ਰਾਜ। ਸੁਖਮਨੀ ਤਾਂ ਤੁਸੀਂ ਪੜ੍ਹਦੇ ਹੋ, ਕਹਿੰਦੇ ਨਿੱਕੀ ਕੀੜੀ ਮਹਿ ਕਲ ਰੱਖ ਹੈ। ਛੋਟੀ ਜਿਹੀ ਕੀੜੀ 'ਚ ਜੇ ਭਗਵਾਨ ਆਪਣੀ ਸ਼ਕਤੀ ਰੱਖ ਦੇ ਅਤੇ ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਕਰੋੜਾਂ ਅਤੇ ਲੱਖਾਂ ਲਾਓ ਲਸ਼ਕਰ ਸਾੜ ਕੇ ਤਬਾਹ ਕਰ ਸਕਦੀ ਹੈ। ਖਾਲਸਾ ਦਾ ਫਿਰ ਵੀ ਖਾਲਸਾ ਅਤੇ ਚੰਗਾ ਭਲਾ ਭਗਤੀ ਵਾਲਾ ਬਾਣੀ ਵਾਲਾ। ਇਹ ਤਾਂ ਹੈ ਹੀ। ਮਹਾਰਾਜ ਕਹਿੰਦੇ ਮੇਰਾ ਰੂਪ ਹੈ, ਫਿਰ ਕੀ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ ਹੈ। ਅਤੇ ਇਸ ਵਾਸਤੇ ਕਈ ਸ਼ੰਕਾ ਕਰਦੇ ਨੇ ਸਤਿਗੁਰੂ ਦੇ ਘਰ ਸਭ ਕੁਛ ਹੈ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਇਹ ਮਾਲਵੀ ਪਰਬਤ ਦੇ ਉੱਪਰ ਸੋ ਜੱਛਾਂ ਦਾ ਅਤੇ ਨਾਗਾਂ ਦਾ ਮਹਾਰਾਜ ਦੇ ਨਾਲ ਮਿਲਾਪ ਹੋਇਆ ਅਤੇ ਉਹਨਾਂ ਨੇ ਕੁਬੇਰ ਦੇ ਸਨੇਹ ਆਦਿਕ ਵਾਲੇ ਬਚਨ ਉਹ 100 ਸਾਖੀ ਜਿਵੇਂ ਆਏ ਉਹ ਕਵੀ ਸੰਤੋਖ ਸਿੰਘ ਦੇ ਆਪ ਨੇ ਸਰਵਣ ਕੀਤੇ ਨੇ। ਦਾਸ ਦੀਆਂ ਭੁੱਲਾਂ ਚੁੱਕਾਂ ਸਮਝ ਕੇ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਣੇ। ਬਾਕੀ ਕਥਾ ਕੱਲ੍ਹ ਨੂੰ ਸੁਣਾਵਾਂਗੇ। ਨਤ ਮੈਂ ਗਮਨੋ ਸੰਗਤ ਮਾਰੇ, ਚਲੋ ਆਨੰਦ ਪਰ ਕਰੋ ਉਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ। ਹੇ ਅਚੁਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸਾ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕਾ। ਹੇ ਅਪਰੰਪਰ ਹਰ ਹਰੇ, ਹੈ ਪੀਰੋ ਅਨਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾਇ ਆਧਾਰ। ਹੇ ਠਾਕੁਰ ਹਉ ਦਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ
ਅਵਸਰ ਨਾਂਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਤਾਰਨ ਹਾਰ ਕਥਾ ਨਿਤਾਮ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ